ਮੈਨੂੰ ਲੱਗਦਾ ਇਨਫਾਰਮਲ ਹੋਣਾ ਹੀ ਉਹਨਾਂ ਦੀ ਸਭ ਤੋਂ ਵੱਡੀ USP ਹੈ। ਆਮ ਲੋਕ ਨੇ ਜਿਹੜੇ ਉਹ ਫਾਰਮੈਲਿਟੀ ਤੋਂ ਅੱਕੇ ਪਏ ਨੇ। ਜਿਹੜਾ ਵੀ ਬੰਦਾ ਇਨਫਾਰਮਲੀ ਖੋ ਰਿਹਾਗਾ, ਕਲਾਕਾਰਾਂ ਨੂੰ ਦੇਖ ਲਓ, ਤਰੀਕਿਆਂ ਨੂੰ ਗਾਇਕੀ ਨੂੰ ਦੇਖ ਲਓ, ਉਹਨੂੰ ਦੁਨੀਆ ਰਿਸਪੌਂਡ ਕਰ ਰਹੀ ਹੈ। ਸਾਡੇ ਪੁਰਾਣੇ ਜਿੰਨੇ CM ਚੱਕ ਕੇ ਦੇਖ ਲਓ, ਜਿੰਨੇ ਲੀਡਰ ਦੇਖ ਲਓ, ਉਹ ਇੰਨੇ ਫਾਰਮਲ ਨੇ। ਉਹੀ ਉਹਨਾਂ ਦੇ ਆਲੇ ਦੁਆਲੇ 4-5 ਚਮਚੇ ਜੇ ਫਿਰਦੇ ਰਹਿਣਗੇ, ਉਹ ਚਮਚੇ ਜੇ ਧੱਕੀ ਤੁਰੇ ਆਉਣਗੇ ਦੂਜੇ ਨੂੰ। ਇੱਕ ਦੋ PA ਹੋਣਗੇ ਜਿਹੜੇ ਬੜੇ ਮਹਾਨ ਬਣ ਜਾਂਦੇ ਨੇ। ਮੈਂ ਨਹੀਂ ਕਹਿੰਦਾ ਚੰਨੀ ਦੇ ਨੇੜੇ ਇਹੋ ਜਿਹੇ ਲੋਕ ਨਹੀਂ ਹੋਣੇ, ਪਰ ਸ਼ਾਇਦ ਚੰਨੀ ਨੂੰ ਇਸ ਗੱਲ ਦੀ ਸਮਝ ਆ ਕਿ ਮੇਰੇ ਕੋਲ ਟਾਈਮ ਬਹੁਤ ਥੋੜਾ। ਜੋ ਮਾਸ ਚਾਹੁੰਦਾ ਹੈ ਚੰਨੀ ਉਹ ਕਰ ਰਹੇ ਨੇ। ਮਾਸ ਅਪੀਲ ਕੀ ਹੁੰਦੀ ਹੈ ਕਿ ਜੋ ਮਾਸ ਚਾਹੁੰਦੇ ਨੇ। ਇਸ ਦੌਰ 'ਚ ਸਿਆਸਤ ਨਾ ਕਰਨਾ ਹੀ ਸਿਆਸਤ ਆ। ਚੰਨੀ ਕਿੰਨਾ ਕੁ ਸਿਆਸੀ ਭਾਸ਼ਣ ਦੇ ਰਹੇ ਨੇ। ਅੱਜ ਦੇ ਭਾਸ਼ਣ ਚੰਨੀ ਦੇ 'ਚ ਕਿੰਨੇ ਕੁ ਤਿੱਖੇ ਹਮਲੇ ਸੀ ਕਿਸੇ ਤੇ। ਤਾਂ ਜਿਹੜਾ ਉਹ ਸੁਨੇਹਾ ਸੀਗਾ ਉਹ ਕਿਤੇ ਨਾ ਕਿਤੇ ਰਾਜਨੀਤੀ 'ਚੋਂ ਮਿਸ ਹੋ ਗਿਆ। ਇਸੇ ਕਰਕੇ ਰਾਜਨੀਤੀਵਾਨਾਂ ਦੇ ਭਾਸ਼ਣ ਬੋਰਿੰਗ ਲੱਗਦੇ ਨੇ। ਜਾਂ ਤਾਂ ਲੋਕ ਹੱਸ ਲੈਂਦੇ ਨੇ ਪੋਲੀਟੀਕਲ ਬੰਦੇ ਦਾ ਭਾਸ਼ਣ ਸੁਣ ਕੇ, ਜਾਂ ਤਾਂ ਲੋਕ ਹੱਸਦੇ ਆ, ਜਾਂ ਪੋਲੀਟੀਕਲ ਬੰਦੇ ਦਾ ਭਾਸ਼ਣ ਸੁਣ ਕੇ ਲੋਕ ਬੋਰ ਹੁੰਦੇ ਆ। ਦੋ ਹੀ ਗੱਲਾਂ ਰਹਿ ਗਈਆਂ ਸੀ। ਦੁਨੀਆ 'ਚ ਸਾਰੀਆਂ ਗੱਲਾਂ ਕਈਆਂ ਹੀ ਜਾ ਚੁੱਕੀਆਂ ਨੇ। ਦੁਨੀਆ ਦੇ ਅੰਦਰ ਕਿਹਾ ਜਾਂਦਾ ਹਰ ਗੱਲ ਰਿਪੀਟ ਹੀ ਹੈ। ਦੁਨੀਆ ਤੇ ਕੋਈ ਨਵੀਂ ਮੌਲਿਕ ਗੱਲਾਂ ਬਹੁਤ ਥੋੜ੍ਹੀਆਂ ਨੇ, ਰਿਪੀਟ ਹੀ ਹੋਣੀ ਹੁੰਦੀ ਆ। ਪਰ ਤੁਸੀਂ ਕਿਸੇ ਗੱਲ ਨੂੰ ਰਿਪੀਟ ਕਿਵੇਂ ਕਰਦੇ ਹੋ ਬੜੀ ਇੰਪੋਰਟੈਂਟ ਹੁੰਦੀ ਹੈ। ਸਿਆਸਤ ਕਰਨ ਦਾ ਇੱਕੋ ਤਰੀਕਾ ਨਹੀਂ ਹੁੰਦਾਗਾ। ਸਿਆਸਤ ਤਾਂ ਮੁਗਲਾਂ ਦੇ ਖਿਲਾਫ ਗੁਰੂ ਸਾਹਿਬ ਵੀ ਕਰ ਰਹੇ ਸੀਗੇ, ਪਰ ਕਿੱਡਾ ਉੱਚਾ ਕਿਰਦਾਰ ਤੇ ਕਿੰਨੇ ਉੱਚੇ ਸ਼ਬਦ। ਧਰਮ ਦਾ ਮਤਲਬ ਇਹ ਆ ਕਿ ਬੰਦਾ ਅਧਰਮੀ ਨਾ ਹੋਵੇ, ਅਨੈਤਿਕ ਨਾ ਹੋਵੇ, ਗਲਤ ਨਾ ਹੋਵੇ। ਕਿ ਮੈਂ ਸਭ ਤੋਂ ਵੱਡੀ ਸਹੁੰ ਉਹ ਨਹੀਂ ਜਿਹੜੀ ਕੌਨਸਟੀਟਿਊਸ਼ਨ ਦੀ ਚੱਕ ਕੇ ਖਾਂਦਾ। ਸਭ ਤੋਂ ਵੱਡੀ ਸਹੁੰ ਤਾਂ ਬੰਦਾ ਆਪਦੇ ਕੋਲ ਹੀ ਖਾਂਦਾ ਨਾ, ਮੈਂ ਕੌਣ ਆ। ਸਭ ਤੋਂ ਵੱਡੀ ਗੱਲ ਤਾਂ ਇਹ ਹੋਇਆ ਕਿ ਬੰਦਾ ਸ਼ੀਸ਼ੇ ਮੂਹਰੇ ਖੜ ਕੇ ਕੀ ਕਹਿੰਦਾ ਆਪਦੇ ਆਪ ਨੂੰ। ਦੁਨੀਆ ਸਾਹਮਣੇ ਤਾਂ ਬਾਅਦ ਚੋਂ ਆ ਨਾ। ਸਭ ਤੋਂ ਪਹਿਲਾਂ ਝੂਠ ਤਾਂ ਬੰਦਾ ਦੁਨੀਆ ਨੂੰ ਥੋੜ੍ਹੀ ਬੋਲਦਾ, ਆਪਦੇ ਆਪ ਨੂੰ ਬੋਲਦਾ। ਕਈ ਵਾਰ ਰਾਜਨੀਤੀ ਨਾ ਕਰਨਾ ਹੀ ਸਭ ਤੋਂ ਵੱਡੀ ਰਾਜਨੀਤੀ ਹੁੰਦੀ ਹੈ। ਕਈ ਵਾਰ ਨਾ ਬੋਲਣਾ ਹੀ ਸਭ ਤੋਂ ਵੱਧ ਬੋਲਣਾ ਹੁੰਦਾ। ਕਈ ਵਾਰ ਚੁੱਪ ਰਹਿਣਾ ਹੀ ਬੋਲਣਾ ਹੁੰਦਾ। ਪਰ ਇਹਦੀ ਅੰਡਰਸਟੈਂਡਿੰਗ, ਇੰਨੀ ਬਰੀਕ ਅੰਡਰਸਟੈਂਡਿੰਗ ਕਿਸੇ ਨੂੰ ਹੋਏਗੀ ਕਿ ਚੁੱਪ ਰਹਿ ਕੇ ਬੋਲਣਾ ਕੀ ਹੁੰਦਾ। ਤੁਸੀਂ ਕਿਸ ਤਰੀਕੇ ਨਾਲ ਜਨਤਾ ਨੂੰ ਆਪਣੇ ਨਾਲ ਸਿੰਕ ਕਰਦੇ ਹੋ। ਮੈਂ ਸ਼ਬਦ ਵਰਤਿਆ ਸਿੰਕ ਕਰਨਾ। ਜਿਵੇਂ ਮੋਬਾਈਲ ਫੋਨ ਦਾ ਡਾਟਾ ਸਿੰਕ ਹੁੰਦਾ ਨਾ, ਵੋਟਰ ਨੂੰ, ਲੋਕਾਂ ਨੂੰ ਆਪਣੇ ਨਾਲ ਸਿੰਕ ਕਰ ਲੈਣਾ। ਸਿੰਕ ਉਹੀ ਕਰ ਪਾਉਂਦਾ ਜਦੋਂ ਲੋਕਾਂ ਨੂੰ ਲੱਗਦਾ ਹੈ ਸਾਡੇ ਵਰਗਾ ਬੰਦਾ ਪਹਿਲਾਂ ਮੈਂਟਲੀ ਮਰਦਾ, ਫਿਰ ਫਿਜ਼ੀਕਲੀ ਮਰਦਾ। ਵੱਡਾ ਬੰਦਾ ਪਹਿਲਾਂ ਆਪਣੇ ਅੰਦਰ ਹੁੰਦਾ, ਫਿਰ ਬਾਹਰ ਹੁੰਦਾ। ਜਿਹੜਾ ਅੰਦਰੋਂ ਵੱਡਾ ਨਹੀਂ ਹੈਗਾ ਉਹ ਬਾਹਰ ਵੱਡਾ ਨਹੀਂ ਹੋ ਸਕਦਾ। ਚੰਨੀ ਦਾ ਕਾਊਂਟਰ ਲੱਭਣ ਦੀਆਂ ਕੋਸ਼ਿਸ਼ਾਂ ਤਾਂ ਹੋਣਗੀਆਂ ਵੀ ਕਾਊਂਟਰ ਕੀ ਹੈ ਇਹਦਾ, ਕਿਉਂਕਿ ਉਹ ਇਕੱਲੇ ਇਕਨੋਮਿਕ ਤੇ ਪੋਲੀਟੀਕਲ ਇਸ਼ੂਆਂ ਤੇ ਕਾਊਂਟਰ ਨਹੀਂ ਹੋਣਗੇ। ਜਦੋਂ ਸੋਸ਼ਲ ਜਸਟਿਸ ਦਾ ਇਸ਼ੂ ਆ ਜਾਂਦਾ ਨਾ, ਲੋਕ ਇੱਕ ਪ੍ਰਾਈਡ ਮਹਿਸੂਸ ਕਰਦੇ। ਜਦੋਂ ਮਾਇਆਵਤੀ ਉੱਤਰ ਪ੍ਰਦੇਸ਼ ਦੇ ਅੰਦਰ ਚੀਫ ਮਿਨਿਸਟਰ ਬਣੇ ਤਾਂ ਉੱਥੋਂ ਦਾ ਜਿਹੜਾ ਵੱਡਾ ਹਿੱਸਾ ਅਨੁਸੂਚਿਤ ਜਾਤੀ ਭਾਈਚਾਰੇ ਦਾ, ਉਹਨਾਂ ਨੇ ਮਹਿਸੂਸ ਕੀਤਾ ਕਿ ਇੱਕ ਸੈਲਫ ਪ੍ਰਾਈਡ ਹੁੰਦਾ, ਕਾਸਟ ਦਾ ਇੱਕ ਪ੍ਰਾਈਡ ਹੁੰਦਾ, ਕਮਿਊਨਿਟੀ ਦਾ ਪ੍ਰਾਈਡ ਹੁੰਦਾ। ਉਹਨਾਂ ਨੂੰ ਮਾਣ ਮਹਿਸੂਸ ਹੁੰਦਾ ਕਿ ਸਾਡੀ ਕਮਿਊਨਿਟੀ 'ਚੋਂ ਕੋਈ ਮੁੱਖ ਮੰਤਰੀ ਬਣਿਆਗਾ। ਇਹ ਅਹਿਸਾਸ ਤੁਸੀਂ ਮਿਟਾ ਨਹੀਂ ਸਕਦੇ। ਇਹ ਅਹਿਸਾਸ ਪੰਜਾਬ 'ਚ ਜਾ ਚੁੱਕਿਆ ਹੈਗਾ। CM ਚੰਨੀ ਵੱਖਰੀ ਤਰ੍ਹਾਂ ਦਾ ਭਾਸ਼ਣ ਦੇ ਰਹੇ ਨੇ, ਵੱਖਰੀ ਸ਼ੈਲੀ ਹੈ ਉਹਨਾਂ ਦੇ ਅੰਦਾਜ਼ ਤੇ ਸਿਆਸਤ ਨੂੰ ਡੀਕੋਡ ਕਰਾਂਗੇ ਰਾਜਨੀਤੀ ਡੀਕੋਡ ਦੇ ਵਿੱਚ ਯਾਦਵਿੰਦਰ ਸਿੰਘ ਦੇ ਨਾਲ। ਯਾਦਵਿੰਦਰ ਜੀ, ਜਿਵੇਂ CM ਚੰਨੀ ਵਿਚਰ ਰਹੇ ਨੇ, ਜਿਸ ਤਰ੍ਹਾਂ ਭਾਸ਼ਣ ਦੇ ਰਹੇ ਨੇ, ਜੋ ਉਹਨਾਂ ਦਾ ਅੰਦਾਜ਼ ਹੈ, ਫਾਰਮਲ ਨਜ਼ਰ ਕਿਉਂ ਨਹੀਂ ਆ ਰਹੇ? ਦੇਖੋ, ਮੈਨੂੰ ਲੱਗਦਾ ਇਨਫਾਰਮਲ ਹੋਣਾ ਹੀ ਉਹਨਾਂ ਦੀ ਸਭ ਤੋਂ ਵੱਡੀ USP ਹੈ। ਸਾਡੇ ਸਿਆਸਤਦਾਨ ਬਹੁਤ ਫਾਰਮਲ ਹੋ ਗਏ ਨੇ ਤੇ ਫਾਰਮਲ ਲੋਕਾਂ ਨੂੰ ਲੋਕ ਪਸੰਦ ਕਰਨੋਂ ਹਟ ਗਏ ਨੇ। ਆਮ ਲੋਕ ਨੇ ਜਿਹੜੇ ਉਹ ਫਾਰਮੈਲਿਟੀ ਤੋਂ ਅੱਕੇ ਪਏ ਨੇ। ਜ਼ਿੰਦਗੀ ਇੰਨੀ ਫਾਰਮੈਲਿਟੀ ਹੋ ਗਈ, ਸਮਾਜ ਇੰਨਾ ਫਾਰਮਲ ਹੋ ਗਿਆ, ਇੰਸਟੀਟਿਊਸ਼ਨ ਇੰਨੇ ਫਾਰਮਲ ਹੋ ਗਏ, ਬੰਦਾ ਇੰਨਾ ਫਾਰਮਲ ਹੋ ਗਿਆ ਕਿ ਉਹ ਸਿਰਫ ਕਹਿਣ ਲਈ ਕਿਸੇ ਨੂੰ ਕੁਝ ਕਹਿੰਦਾ ਗਾ, ਫਾਰਮੈਲਿਟੀ ਕਰਦਾ ਰਹਿੰਦਾ ਬੰਦਾ 24 ਘੰਟੇ। ਤਾਂ ਚੰਨੀ ਨੇ ਮੈਨੂੰ ਲੱਗਦਾ ਉਹ ਨਬਜ਼ ਫੜੀ ਹੈ ਇਨਫਾਰਮਲ ਹੋਣ ਵਾਲੀ, ਕਿ ਬੰਦਾ ਜਿਹੜੀਆਂ ਚੀਜ਼ਾਂ ਲਗਾਤਾਰ ਕਰਦਾ ਉਹਨਾਂ ਤੋਂ ਅੱਕ ਜਾਂਦਾ। ਚੰਨੀ ਨੇ ਇਨਫਾਰਮਲ ਹੋ ਕੇ, ਤੁਸੀਂ ਦੇਖੋ CM ਦਾ ਅੰਦਾਜ਼ ਹੀ ਨਹੀਂ ਹੁੰਦਾ, ਪਰ ਉਹਨਾਂ ਨੂੰ ਇਹ ਪਤਾ ਕਿ ਹਾਂ, ਮੈਂ ਜਿੰਨਾ ਆਪਣੇ ਲੋਕਾਂ ਨਾਲ ਰਿਲੇਟ ਕਰੂੰਗਾ, ਜਿੰਨਾ ਮੈਂ ਲੋਕਾਂ ਨੂੰ ਆਪਣੇ ਲੋਕਾਂ ਵਰਗਾ ਲੱਗੂੰਗਾ। ਇੱਕ ਗੱਲ ਮੈਂ ਵਾਰ-ਵਾਰ ਕਹਿ ਰਿਹਾ, ਇਸ ਦੌਰ ਦੇ ਅੰਦਰ ਜਿਹੜੀ ਰਾਜਨੀਤੀ ਬਦਲੀ ਹੈ, ਧਰਨੇ ਨੇ ਬਦਲੀ ਹੈ, ਬਹੁਤ ਸਾਰਾ ਕੁਝ ਬਦਲਿਆ, ਉਸ 'ਚ ਵੀ ਕਿਤੇ ਨਾ ਕਿਤੇ ਚੰਨੀ ਫਿੱਟ ਹੋ ਰਹੇ ਨੇ। ਸਿਆਸਤ ਕਰਨ ਦਾ ਇੱਕੋ ਤਰੀਕਾ ਨਹੀਂ ਹੁੰਦਾਗਾ। ਸਿਆਸਤ ਤਾਂ ਮੁਗਲਾਂ ਦੇ ਖਿਲਾਫ ਗੁਰੂ ਸਾਹਿਬ ਵੀ ਕਰ ਰਹੇ ਸੀਗੇ, ਪਰ ਕਿੱਡਾ ਉੱਚਾ ਕਿਰਦਾਰ ਤੇ ਕਿੰਨੇ ਉੱਚੇ ਸ਼ਬਦ, ਕਿੰਨੀ ਉੱਚੀ ਸੋਚ ਸੀ। ਇਹ ਤਾਂ ਨਹੀਂ ਮੁਗਲਾਂ ਦੇ ਨਾਲ ਜਦੋਂ ਸਿਆਸਤ ਕਰ ਰਹੇ ਸੀ, ਮੁਗਲਾਂ ਨਾਲ ਟੱਕਰ ਲੈ ਰਹੇ ਸੀ, ਉਹਨਾਂ ਦੇ ਲੈਵਲ ਤੇ ਚਲੇ ਗਏ, ਆਪਣੇ ਲੈਵਲ ਦੇ ਉੱਤੇ ਉਹਨਾਂ ਨੂੰ ਲੈ ਕੇ ਆਏ। ਜ਼ਫਰਨਾਮਾ ਪੜ੍ਹ ਲਓ ਤੁਸੀਂ, ਹੋਰ ਜਿੰਨੀਆਂ ਗੁਰੂ ਸਾਹਿਬ ਦੀਆਂ ਲਿਖਤਾਂ ਪੜ੍ਹੋ ਤੁਸੀਂ, ਤਾਂ ਇਹ ਜਿਹੜੀ ਦੌਰ ਆ, ਇਹ ਦੌਰ ਆ ਜਿਹੜਾ ਉਹ ਦੌਰ ਆ ਜਿਹਦੇ 'ਚ ਲੋਕ ਫਾਰਮੈਲਿਟੀ ਤੋਂ ਅੱਕੇ ਹੋਏ ਨੇ।
ਫਾਰਮਲ ਮੀਡੀਆ ਦੇਖ ਲਓ ਤੁਸੀਂ, ਫਾਰਮਲ ਮੀਡੀਆ ਤੋਂ ਲੈ ਕੇ ਫਾਰਮਰ ਹਰ ਇੰਸਟੀਟਿਊਸ਼ਨ ਨੂੰ ਜਿਹੜਾ ਫਾਰਮਲ ਹੈ ਉਹਨੂੰ ਕਿਵੇਂ ਦੇਖਦੇ ਆ ਲੋਕ? ਚੰਗੀ ਨਿਗਾਹ ਨਾਲ ਥੋੜੀ ਦੇਖਦੇ ਆ। ਲੋਕਾਂ ਨੂੰ ਪਤਾ ਇਹ ਬੜੇ ਫਾਰਮਲ ਨੇ। ਜਿਹੜਾ ਵੀ ਬੰਦਾ ਇਨਫਾਰਮਲੀ ਖੋ ਰਿਹਾ ਗਾ, ਕਲਾਕਾਰਾਂ ਨੂੰ ਦੇਖ ਲਓ, ਤਰੀਕਿਆਂ ਨੂੰ ਦੇਖ ਲਓ, ਗਾਇਕੀ ਨੂੰ ਦੇਖ ਲਓ, ਉਹਨੂੰ ਦੁਨੀਆ ਰਿਸਪੌਂਡ ਕਰ ਰਹੀ ਹੈਗੀ। ਚੰਨੀ ਨੂੰ ਐਡਾ ਵੱਡਾ ਰਿਸਪੌਂਸ ਮਿਲਣ ਦਾ ਕਾਰਨ ਕਿਉਂਕਿ ਆਪਾਂ ਸੋਸ਼ਲ ਮੀਡੀਆ ਦੇ ਅੰਦਰ ਆ ਜਾਂ ਮੀਡੀਆ ਦੇ ਅੰਦਰ ਆ ਜਾਂ ਮਾਸ ਮੀਡੀਆ ਦੇ ਅੰਦਰ ਆ। ਜੋ ਮਾਸ ਚਾਹੁੰਦਾ ਹੈ ਚੰਨੀ ਉਹ ਕਰ ਰਹੇ ਨੇ। ਮਾਸ ਅਪੀਲ ਕੀ ਹੁੰਦੀ ਹੈ ਕਿ ਜੋ ਮਾਸ ਚਾਹੁੰਦੇ ਨੇ, ਜੋ ਬਹੁ ਗਿਣਤੀ ਚਾਹੁੰਦੀ ਹੈ, ਜੋ ਵੱਡਾ ਵਰਗ ਚਾਹੁੰਦਾ, ਚੰਨੀ ਉਹ ਆ। ਕਦੇ ਜਾ ਕੇ ਇੱਕ ਆਮ ਜਿਹੜਾ ਉਹਨਾਂ ਦੇ ਲਈ ਸਵਾਗਤ 'ਚ ਬੈਂਡ ਬਾਜਾ ਵਜਾ ਰਿਹਾ ਉਹਨੂੰ ਜੱਫੀ ਪਾ ਲੈਂਦੇ ਨੇ ਜਾ ਕੇ। ਬਹੁਤ ਗਰੀਬ ਬੰਦਾ ਹੋਊਗਾ ਉਹ। ਕਦੇ ਜਾ ਕੇ ਭੰਗੜੇ ਵਾਲਿਆਂ ਨਾਲ ਜੱਫੀ ਪਾ ਲੈਂਦੇ ਨੇ। ਇਹ ਜਿਹੜੀ ਗੱਲ ਹੈਗੀ ਇਹ ਇੱਕ, ਜਿਵੇਂ ਮੈਂ ਕਿਹਾ ਕਿ ਇਨਫਾਰਮਲ ਹੋਣਾ ਹੀ ਸਭ ਤੋਂ ਵੱਧ ਮਤਲਬ ਉਹਨਾਂ ਲਈ ਫਿੱਟ ਆ ਰਿਹਾ। ਦੂਜੀ ਗੱਲ ਜਿਹੜੀ ਮੈਂ ਕਹਿ ਰਿਹਾ ਸੀਗਾ ਕਿ ਇਸ ਦੌਰ ਦੇ ਅੰਦਰ ਸਿਆਸਤ ਬਦਲੀ ਹੈ। ਇਸ ਦੌਰ 'ਚ ਸਿਆਸਤ ਨਾ ਕਰਨਾ ਹੀ ਸਿਆਸਤ ਆ। ਚੰਨੀ ਕਿੰਨਾ ਕੁ ਸਿਆਸੀ ਭਾਸ਼ਣ ਦੇ ਰਹੇ ਨੇ। ਅੱਜ ਦੇ ਭਾਸ਼ਣ ਚੰਨੀ ਦੇ ਵਿੱਚ ਕਿੰਨੇ ਕੁ ਤਿੱਖੇ ਹਮਲੇ ਸੀ ਕਿਸੇ ਤੇ, ਕਿੰਨਾ ਕੁ ਉਹਨੇ ਕਹਿਤਾ ਚੱਕ ਕੇ ਜੇਲ੍ਹਾਂ 'ਚ ਦੇ ਦੂੰ ਕਿਸੇ ਨੂੰ ਕੁਝ ਨਹੀਂ ਕਿਹਾ। ਪਰ ਜੋ ਇੱਕ ਵਿਜ਼ਨ ਵਾਲੀ ਗੱਲ ਕਹੀ, ਡਾਕਟਰ ਅੰਬੇਦਕਰ ਦਾ ਬਾਰ-ਬਾਰ ਜ਼ਿਕਰ ਕੀਤਾ ਉਹਨਾਂ ਨੇ। ਉਸ ਜ਼ਹੀਨ ਡਾਕਟਰ ਅੰਬੇਦਕਰ ਜਿਨ੍ਹਾਂ ਦੀ ਇੱਕ ਇਸ ਪੂਰੇ ਕਨਸਟੀਟਿਊਸ਼ਨ ਲਿਖਣ ਤੋਂ ਲੈ ਕੇ ਇਸ ਪੂਰੇ ਖਿੱਤੇ ਦੇ ਅੰਦਰ ਇੱਕ ਬਹੁਤ ਵੱਡਾ ਯੋਗਦਾਨ ਆ। ਤਾਂ ਚੰਨੀ ਉੱਥੋਂ ਨਬਜ਼ ਫੜ ਰਿਹਾ ਲੋਕਾਂ ਦੀ ਜਿਹੜੀ ਨਬਜ਼ ਨਹੀਂ ਫੜੀ ਜਾ ਰਹੀ ਸੀ। ਸਾਡੇ ਲੀਡਰ ਕੀ ਨੇ? ਸਾਡੇ ਲੀਡਰਾਂ ਬਾਰੇ ਇਹ ਹੋ ਗਿਆ ਕਿ ਲੀਡਰਾਂ ਦੇ ਭਾਸ਼ਣ ਤੋਂ ਬੋਰ ਹੁੰਦੇ ਆ। ਖਾਸ ਤੌਰ ਤੇ ਨੌਜਵਾਨ ਪੀੜ੍ਹੀ ਰੈਲੀਆਂ ਚ ਲੈਂਦੀ ਆ, ਬੋਰ ਹੁੰਦੀ ਆ ਵੀ ਯਾਰ ਹੁਣ ਭਾਸ਼ਣ ਦੇਣਗੇ। ਮਤਲਬ ਭਾਸ਼ਣ ਇੱਕ ਇਹੋ ਜਿਹਾ ਸ਼ਬਦ ਹੋ ਗਿਆ, ਹੁਣ ਅਗਲਾ ਕਹਿੰਦਾ ਹੁਣ ਭਾਸ਼ਣ ਦੇਊਗਾ। ਯਾਰ ਭਾਸ਼ਣ ਇੱਕ ਇਹੋ ਜਿਹੀ ਚੀਜ਼ ਹੋ ਗਈ ਕਿ ਭਾਸ਼ਣ ਦਿੱਤਾ ਜਾਊਗਾ। ਚੰਨੀ ਭਾਸ਼ਣ ਨਹੀਂ ਦੇ ਰਹੇ, ਚੰਨੀ ਗੱਲਾਂ ਕਰ ਰਿਹਾ ਲੋਕਾਂ ਨਾਲ। ਤੇ ਲੋਕਾਂ ਨੂੰ ਗੱਲਾਂ ਕਰਨ ਵਾਲੇ ਲੋਕ ਚਾਹੀਦੇ ਆ, ਲੋਕਾਂ ਨੂੰ ਆਪਦੇ ਵਰਗੇ ਲੋਕ ਚਾਹੀਦੇ ਆ। ਚੰਨੀ ਨੇ ਕਰਨਾ ਕੀ ਨਹੀਂ ਕਰਨਾ ਇਹ ਨਹੀਂ ਪਤਾ। ਇਹ ਤਾਂ ਉਦੋਂ ਪਤਾ ਲੱਗੂ ਜਦੋਂ ਕੁਝ ਕਰਨਗੇ, ਜਦੋਂ ਪ੍ਰੈਕਟੀਕਲੀ ਪੰਜਾਬ ਦੇ ਸਾਹਮਣੇ ਆਏਗਾ। ਪਰ ਇੱਕ ਅਹਿਸਾਸ ਕਰਾ ਰਹੇ ਨੇ ਆਮ ਬੰਦੇ ਨੂੰ, ਮੈਂ ਤੇਰੇ ਵਰਗਾ ਗਾ, ਮੈਂ ਯਾਰ ਤੁਹਾਡੇ ਚੋਂ ਨਿਕਲਿਆ, ਮੈਂ ਤੁਹਾਡੇ ਤੋਂ ਵੀ ਮਾੜਾ। ਅੱਜ ਤਾਂ ਉਹਨਾਂ ਨੇ ਕਿਹਾ, ਕਿੱਡੀ ਵੱਡੀ ਗੱਲ ਕਹੀ ਹੈ ਇੱਕ CM ਹੋ ਕੇ ਕਿ ਮੈਂ ਤਾਂ ਯਾਰ ਤੁਹਾਡੇ ਤੋਂ ਵੀ ਮਾੜਾ, ਤੁਸੀਂ ਤਾਂ ਸਾਰੇ ਮੈਥੋਂ ਚੰਗੇ ਹੋ। ਜੇ ਮੈਂ ਇਸ ਪਦ ਤੇ ਪਹੁੰਚ ਗਿਆ, ਤੁਸੀਂ ਤਾਂ ਪਤਾ ਨਹੀਂ ਕਿੱਥੇ ਪਹੁੰਚ ਸਕਦੇ ਹੋ। ਮੈਂ ਅਕਸਰ ਕਹਿਣਾ ਹੁੰਦਾ ਪੰਜਾਬ 'ਚ ਖੁਦਕੁਸ਼ੀਆਂ ਹੋਣ ਹਟ ਜਾਣੀਆਂ। ਲੋਕਾਂ ਨੂੰ ਪੈਸੇ ਦੇਣ ਦੀ ਲੋੜ ਨਹੀਂ। ਜੇ ਜਾ ਕੇ 117 ਦੇ 17 MLA ਸਾਰੇ ਪੋਲੀਟੀਕਲ ਲੋਕ ਉਹਨਾਂ ਦੇ ਘਰੇ ਪਹੁੰਚ ਜਾਣ, ਹੌਸਲਾ ਦੇਣ, ਤੁਹਾਡੇ ਨਾਲ ਖੜਿਆ। ਹੌਸਲਾ ਸਭ ਤੋਂ ਵੱਡੀ ਚੀਜ਼ ਹੁੰਦੀ ਹੈ। ਮਰਦਾ ਪਿਆ ਬੰਦਾ ਉੱਠ ਖੜਦਾ ਹੌਸਲੇ ਦੇ ਨਾਲ। ਬੰਦਾ ਪਹਿਲਾਂ ਮੈਂਟਲੀ ਮਰਦਾ, ਫਿਰ ਫਿਜ਼ੀਕਲੀ ਮਰਦਾ। ਵੱਡਾ ਬੰਦਾ ਪਹਿਲਾਂ ਆਪਣੇ ਅੰਦਰ ਹੁੰਦਾ, ਫਿਰ ਬਾਹਰ ਹੁੰਦਾ। ਜਿਹੜਾ ਅੰਦਰੋਂ ਵੱਡਾ ਨਹੀਂ ਹੈਗਾ ਉਹ ਬਾਹਰ ਵੱਡਾ ਨਹੀਂ ਹੋ ਸਕਦਾ। ਕਈ ਬੰਦੇ ਬਾਹਰ ਵੱਡੇ ਹੋਣ ਦੀ ਕੋਸ਼ਿਸ਼ ਕਰਦੇ ਨੇ, ਕਿੰਨਾ ਫੋਟੋਆਂ ਖਿਚਾ ਕੇ ਪਾ ਦੇਣਗੇ, ਕਦੇ ਕੁਝ ਕਰਨਗੇ, ਕਦੇ ਕੁਝ ਕਰਨਗੇ। ਐਂ ਵੱਡਾ ਨਹੀਂ ਹੁੰਦਾ ਬੰਦਾ, ਬੰਦੇ ਨੂੰ ਅੰਦਰੋਂ ਵੱਡਾ ਹੋਣਾ ਪੈਂਦਾ। ਤਾਂ ਚੰਨੀ ਹੋਰੀ ਉਹ ਨਬਜ਼ ਨੂੰ ਫੜਨ, ਮੈਨੂੰ ਲੱਗਦਾ ਜਾਂ ਤਾਂ ਉਹਨਾਂ ਦੇ ਨੇੜੇ ਕੋਈ ਸਲਾਹ ਕਰਿਆ ਜਾਂ ਖੁਦ। ਅੱਜ ਉਹਨਾਂ ਨੇ ਬੜੀ ਇੰਟਰਸਟਿੰਗ ਗੱਲ ਕਹੀ ਕਿ ਮੇਰੇ ਅਫਸਰ ਕਹਿੰਦੇ ਆ ਸਰ ਅਸੀਂ ਲਿਖ ਕੇ ਕੁਝ ਦਿੰਦੇ ਹੋ, ਬੋਲ ਕੁਝ ਦਿੰਦੇ ਹੋ। ਅੱਜ ਦੇ ਭਾਸ਼ਣ 'ਚ ਉਹਨਾਂ ਨੇ ਕਹੀ ਇਹ ਗੱਲ। ਇਹੀ ਖੂਬਸੂਰਤੀ ਹੈ ਕਿ ਉਹ ਮਾਹੌਲ ਦੇਖਦੇ ਆ। ਮਾਹੌਲ ਕੀ ਹੈ? ਮੇਰੇ ਸਾਹਮਣੇ ਬੱਚੇ ਬੈਠੇ, ਕਿਵੇਂ ਅੰਗੇਜ ਹੋਣਗੇ। ਭਾਸ਼ਣ ਹੋ ਗਏ ਇੱਕ ਤਰਫਾ, ਯਾਨੀ ਇੱਕ ਤਰਫਾ ਗੱਲ ਕਹੀ ਜਾਂਦੀ ਹੈ, ਸੁਣਨ ਵਾਲੇ ਸੁਣ ਕੇ ਚਲੇ ਜਾਂਦੇ ਨੇ। ਸਭ ਤੋਂ ਵੱਡੀ ਗੱਲ ਆ ਕਿ ਇੰਗੇਜ ਕਿਵੇਂ ਕਰਨਾ। ਮੋਦੀ ਨੇ ਵੀ ਇਹ ਸਟਾਈਲ ਅਪਣਾਇਆ ਸੀ। ਲੋਕਾਂ ਤੋਂ ਪੁੱਛਦੇ ਸੀ ਹਾਂ ਵੀ ਕੀ ਲੱਗਦਾ ਤੁਹਾਨੂੰ। ਜੋ ਤੁਸੀਂ ਲੋਕਾਂ ਨੂੰ ਇੰਗੇਜ ਕਰਦੇ ਹੋ ਆਪਣੇ ਨਾਲ, ਲੋਕਾਂ ਨੂੰ ਲੱਗਦੇ ਹੋ ਲੋਕਾਂ ਵਰਗਾ, ਤਾਂ ਲੋਕ ਤੁਹਾਡੇ ਨਾਲ ਖੜੇ ਹੁੰਦੇ ਨੇ। ਇਸੇ ਕਰਕੇ ਤੁਸੀਂ ਦੇਖੋ ਸੋਸ਼ਲ ਮੀਡੀਆ ਤੋਂ ਲੈ ਕੇ ਪੰਜਾਬ ਦੇ ਅੰਦਰ ਇੱਕ ਜ਼ਬਰਦਸਤ ਰਿਸਪਾਂਸ ਉਹਨਾਂ ਦੀ ਸ਼ੈਲੀ ਨੂੰ। ਕੰਮਾਂ ਨੂੰ ਤਾਂ ਉਦੋਂ ਮਿਲੇਗਾ ਜਦੋਂ ਹੋਣਗੇ ਕੰਮ। ਤਾਂ ਜੇ ਚੰਨੀ ਨੇ ਕੋਈ ਨਹੀਂ ਕੀਤਾ, ਪ੍ਰੈਕਟੀਕਲ ਕੰਮ ਜਦੋਂ ਹੋਣਗੇ। ਅਜੇ ਤਾਂ ਉਹਨਾਂ ਨੇ ਅਨਾਊਂਸਮੈਂਟਾਂ ਕੀਤੀਆਂ ਨੇ ਜਾਂ ਕੁਝ ਆਰਡਰ ਕੀਤੇ ਨੇ, ਅਮਲੀ ਤੌਰ ਤੇ ਤਾਂ ਅਜੇ ਕੋਈ ਕੰਮ ਸਾਹਮਣੇ ਨਹੀਂ ਆਇਆ। ਪਰ ਇਹੋ ਜਿਹਾ ਜਿਹੜਾ ਤਰੀਕਾ ਹੈਗਾ ਉਹ ਕਿਸੇ ਨੇ ਦੇਖਿਆ ਨਹੀਂ ਸੀਗਾ। ਸਾਡੇ ਪੁਰਾਣੇ ਜਿੰਨੇ CM ਚੱਕ ਕੇ ਦੇਖ ਲਓ, ਜਿੰਨੇ ਲੀਡਰ ਦੇਖ ਲਓ, ਉਹ ਇੰਨੇ ਫਾਰਮਲ ਨੇ। ਉਹੀ ਉਹਨਾਂ ਦੇ ਆਲੇ ਦੁਆਲੇ 4-5 ਚਮਚੇ ਜੇ ਫਿਰਦੇ ਰਹਿਣਗੇ। ਉਹ ਚਮਚੇ ਜੇ ਧੱਕੀ ਤੁਰੇ ਆਉਣਗੇ ਦੂਜੇ ਨੂੰ। 1-2 PA ਹੋਣਗੇ ਜਿਹੜੇ ਬੜੇ ਮਹਾਨ ਬਣ ਜਾਂਦੇ ਨੇ। ਮੈਂ ਨਹੀਂ ਕਹਿੰਦਾ ਚੰਨੀ ਦੇ ਨੇੜੇ ਇਹੋ ਜਿਹੇ ਲੋਕ ਨਹੀਂ ਹੋਣੇ, ਪਰ ਸ਼ਾਇਦ ਚੰਨੀ ਨੂੰ ਇਸ ਗੱਲ ਦੀ ਸਮਝ ਆ ਕਿ ਮੇਰੇ ਕੋਲ ਟਾਈਮ ਬਹੁਤ ਥੋੜਾ, ਜੇ ਮੈਂ ਉਹ ਸ਼ੈਲੀ 'ਚ ਪੈ ਗਿਆ ਤਾਂ ਮੈਂ ਖਤਮ ਹੋ ਜਾਵਾਂਗਾ। ਇਸੇ ਕਰਕੇ CM ਚੰਨੀ ਨੇ ਆਪਣੇ ਤਰੀਕੇ ਦੀ ਇੱਕ ਸ਼ੈਲੀ ਘੜੀ ਹੈ ਤੇ ਜਿਹਨੂੰ ਇੱਕ ਜ਼ਬਰਦਸਤ ਰਿਸਪੌਂਸ ਮਿਲ ਰਿਹਾ। ਪਹਿਲੀ ਪ੍ਰੈਸ ਕਾਨਫਰੰਸ ਤੋਂ ਲੈ ਕੇ ਦੇਖ ਲਓ, 15-15, 20-20 ਹਜ਼ਾਰ ਬੰਦੇ ਨੂੰ ਲਾਈਵ ਦੇਖਣਾ। ਸਾਨੂੰ ਪਤਾ ਸੀ ਇਸ ਮੀਡੀਅਮ 'ਚ। ਚੰਨੀ ਨੂੰ ਸਾਡੇ ਚੈਨਲ ਦੇ ਉੱਤੇ ਲੋਕਾਂ ਨੇ ਦੇਖਿਆ, 12-12, 15-15 ਹਜ਼ਾਰ ਬੰਦੇ ਨੇ ਲਾਈਵ ਦੇਖਿਆਗਾ ਉਸ ਪ੍ਰੈਸ ਕਾਨਫਰੰਸ ਨੂੰ। ਤੇ ਇਹਦਾ ਮਤਲਬ ਕੀ ਹੈ ਕਿ ਲੋਕਾਂ ਦੀ ਨਬਜ਼ ਤੇ ਤੁਸੀਂ ਹੱਥ ਧਰਦੇ ਹੋ। ਜਦੋਂ ਬਦਲਣਾ ਕੀ ਹੈ ਕਿ ਨਹੀਂ ਬਦਲਣਾ ਇਹ ਤਾਂ ਬਾਅਦ 'ਚੋਂ ਪਤਾ ਲੱਗੇਗਾ, ਪਰ ਉਹਨਾਂ ਨੇ ਸ਼ੈਲੀ ਬਦਲੀ ਹੈ, ਰੂਪ ਬਦਲਿਆ, ਅੰਦਾਜ਼ ਬਦਲਿਆ, ਲੋਕਾਂ ਦੀ ਉਹ ਨਬਜ਼ ਫੜੀ ਹੈ ਜਿਹੜੀ ਨਬਜ਼ ਸ਼ਾਇਦ ਕੋਈ ਹੋਰ ਨਹੀਂ ਫੜ ਸਕਿਆ। ਇਹ ਕਰਕੇ ਮੈਂ ਕਹਿਣਾ ਰੈਲੀਆਂ ਕਰਨਾ ਰਾਜਨੀਤੀ ਨਹੀਂ ਆ। ਸਾਡੇ ਬੰਦੇ ਉਸ ਪੁਰਾਣੇ ਇੱਕ ਸੈਟਅਪ 'ਚ ਫਸੇ ਹੋਏ ਨੇ। ਸਭ ਨੂੰ ਲੱਗਦਾ ਵੱਡੀ ਰੈਲੀ ਕਰਾਂਗੇ ਸ਼ਾਇਦ ਇਹੀ ਰਾਜਨੀਤੀ ਹੈ, ਭਾਸ਼ਣ 'ਚ ਕਿਸੇ ਖਿਲਾਫ ਬੋਲਾਂਗੇ ਸ਼ਾਇਦ ਇਹੀ ਰਾਜਨੀਤੀ ਹੈ।
ਨੈਗੇਟਿਵਿਟੀ ਦੀ ਰਾਜਨੀਤੀ ਕਦੇ ਲੰਬੇ ਸਮਾਂ ਖੜੀ ਨਹੀਂ ਹੋ ਸਕਦੀ। ਨੈਗੇਟਿਵਿਟੀ ਤੁਹਾਨੂੰ ਕਿਤੇ ਲੈ ਕੇ ਥੋੜੀ ਜਾਂਦੀ ਆ। ਅਲਟੀਮੇਟਲੀ ਪੋਜ਼ਿਟਿਵ ਏਜੰਡਾ ਹੀ ਜ਼ਿੰਦਗੀ 'ਚ ਬੰਦੇ ਨੂੰ ਅੱਗੇ ਲੈ ਕੇ ਆਉਂਦਾ। ਅਲਟੀਮੇਟਲੀ ਪੋਜ਼ਿਟਿਵ ਨੈਰੇਟਿਵ ਨੇ ਹੀ ਨੈਗੇਟਿਵ ਨੈਰੇਟਿਵ ਤੇ ਭਾਰੂ ਪੈਣਾ ਹੁੰਦਾ। ਅਲਟੀਮੇਟਲੀ ਤੁਹਾਡੀ ਪੋਜ਼ਿਟਿਵਿਟੀ ਹੀ ਤੁਹਾਨੂੰ ਅੱਗੇ ਲੈ ਕੇ ਜਾਂਦੀ ਹੈ। ਤਾਂ ਜਿੰਨੇ ਉਹਨਾਂ ਦੇ ਭਾਸ਼ਣ ਨੇ ਦੇਖੋ, ਉਹ 'ਚ ਪੋਜ਼ਿਟਿਵ ਗੱਲਾਂ ਮੈਂ ਆਹ ਕਰੂੰਗਾ, ਜਾਂ ਇੰਸਪੀਰੇਸ਼ਨ ਨੇ, ਜਾਂ ਇੱਕ ਤਰ੍ਹਾਂ ਦੀ ਮੋਟੀਵੇਸ਼ਨ ਆ। ਡਾਕਟਰ ਅੰਬੇਦਕਰ ਦਾ ਬਾਰ-ਬਾਰ ਜ਼ਿਕਰ, ਗੁਰੂ ਸਾਹਿਬ ਦਾ ਬਾਰ-ਬਾਰ ਜ਼ਿਕਰ ਕਰ ਰਹੇ ਨੇ ਉਹ। ਜਦੋਂ ਹਰਿਮੰਦਰ ਸਾਹਿਬ ਗਏ ਨੇ ਬੜੀ ਸ਼ਾਨਦਾਰ ਗੱਲਾਂ ਕੀਤੀਆਂ। ਵਰਨਾਂ ਦੀ ਗੱਲ ਕਰਦਾ ਸੀਗਾ, ਇਹ ਸਾਡਾ ਹਰਿਮੰਦਰ ਸਾਹਿਬ ਦੇ ਅੰਦਰ ਹੈ ਕਿ 4 ਦਰਵਾਜ਼ੇ ਕਿਉਂ ਨੇ, 4 ਵਰਨੋਂ ਕੋ ਸਾਂਝਾ ਕਿਹਾ ਜਾਂਦਾ, ਸਾਰੇ ਵਰਨਾਂ ਲਈ, ਸਾਰੇ ਧਰਮਾਂ ਲਈ। ਉਹਨਾਂ ਨੇ ਹਰਿਮੰਦਰ ਸਾਹਿਬ ਜਾ ਕੇ ਸਭ ਤੋਂ ਇੰਪੋਰਟੈਂਟ ਸਟੇਟਮੈਂਟ ਦਿੱਤੀ, ਸਾਰੇ ਧਰਮਾਂ ਦਾ ਖਿਆਲ ਰੱਖਾਂਗੇ, ਸਾਰੇ ਵਰਨਾਂ ਦਾ ਖਿਆਲ ਰੱਖਾਂਗੇ। ਇਹ ਜਿਹੜੀ ਚੀਜ਼ ਹੈਗੀ ਪੋਲੀਟਿਕਸ 'ਚੋਂ ਮਿਸ ਸੀਗੀ। ਜਿਹੜੀ ਚੀਜ਼ ਮਿਸ ਹੁੰਦੀ ਹੈ ਨਾ, ਜਿਵੇਂ ਕਹਿੰਦੇ ਬਿਜ਼ਨਸ 2 ਚੀਜ਼ਾਂ ਨਾਲ ਚੱਲਦਾ, ਜਾਂ ਤਾਂ ਨਵੇਂ ਆਈਡੀਏ ਨਾਲ ਚੱਲਦਾ, ਜਾਂ ਬਹੁਤ ਵੱਡਾ ਕਰ ਦੋ ਤਾਂ ਚੱਲਦਾ। ਵੱਡਾ ਤਾਂ ਹਰ ਬੰਦਾ ਨਹੀਂ ਕਰ ਸਕਦਾ ਹੁੰਦਾ, ਜੇ ਤੁਹਾਡੇ ਕੋਲ ਆਈਡੀਆ ਫਰੈਸ਼ ਨਹੀਂ ਤਾਂ ਚੱਲ ਜਾਂਦਾ। ਉਸੇ ਤਰੀਕੇ ਨਾਲ ਚੰਨੀ ਦੇ ਆਈਡੀਏ ਫਰੈਸ਼ ਨਹੀਂ। ਹਾਲਾਂਕਿ ਦੁਨੀਆ 'ਚ ਸਾਰੀਆਂ ਗੱਲਾਂ ਕਈਆਂ ਹੀ ਜਾ ਚੁੱਕੀਆਂ ਨੇ। ਦੁਨੀਆ ਦੇ ਅੰਦਰ ਕਿਹਾ ਜਾਂਦਾ ਹਰ ਗੱਲ ਰਿਪੀਟ ਹੀ ਹੈ। ਦੁਨੀਆ 'ਤੇ ਕੋਈ ਨਵੀਂ ਮੌਲਿਕ ਗੱਲਾਂ ਬਹੁਤ ਥੋੜ੍ਹੀਆਂ ਨੇ, ਰਿਪੀਟ ਹੀ ਹੋਣੀ ਹੁੰਦੀ ਆ। ਪਰ ਤੁਸੀਂ ਕਿਸੇ ਗੱਲ ਨੂੰ ਰਿਪੀਟ ਕਿਵੇਂ ਕਰਦੇ ਹੋ, ਬੜੀ ਇੰਪੋਰਟੈਂਟ ਹੁੰਦੀ ਹੈ। ਤੇ ਚੰਨੀ ਉਹਨੂੰ ਬੜਾ ਕਲੋਜ਼ਲੀ ਦੇਖ ਕੇ ਰਿਪੀਟ ਕਰ ਰਹੇ ਨੇ, ਇਸੇ ਕਰਕੇ ਉਹਨਾਂ ਨੂੰ ਰਿਸਪੌਂਸ ਮਿਲ ਰਿਹਾ। ਯਾਦਵਿੰਦਰ ਜੀ, ਜੇ ਆਪਾਂ ਉਹਨਾਂ ਦੇ ਹੁਣ ਤੱਕ ਦੇ ਭਾਸ਼ਣ ਦੇਖੀਏ ਤਾਂ ਆਪਦੇ ਹਰ ਭਾਸ਼ਣ ਦੇ ਵਿੱਚ ਗੁਰੂ ਸਾਹਿਬਾਨਾਂ ਤੋਂ ਸ਼ੁਰੂ ਕਰਦੇ ਨੇ, ਡਾਕਟਰ BR ਅੰਬੇਦਕਰ ਤੱਕ ਆਪਦੀ ਗੱਲ ਨੂੰ ਲੈ ਕੇ ਆਉਂਦੇ ਨੇ। ਇਸ ਚੀਜ਼ ਨੂੰ ਕਿਵੇਂ ਦੇਖ ਸਕਦੇ ਆ ਕਿ ਉਹ ਪੰਜਾਬ ਦੇ ਲੋਕਾਂ ਦੀ ਜਿਹੜੀ ਨਬਜ਼ ਹੈ ਉਹ ਪਹਿਚਾਣਦੇ ਨੇ? ਜਿਹੜਾ ਇਹ ਹੈ ਨਾ ਮਿਸ, ਜਿਹੜੀ ਮੈਂ ਕਹਿ ਰਿਹਾ ਕਿ ਰਾਜਨੀਤੀ ਕੀ ਹੁੰਦੀ ਹੈ, ਰਾਜਨੀਤੀ ਤੇ ਗੁਰੂ ਸਾਹਿਬ ਸਾਨੂੰ ਦੇ ਗਏ ਸੀ ਨਾ। ਗੁਰੂ ਸਾਹਿਬ ਨੇ ਤਾਂ ਕਿਹਾ ਇਹ ਗੱਲ, ਜਦੋਂ ਧਰਮ ਦੇ ਨਾਲ ਰਾਜਨੀਤੀ ਅਕਾਲ ਤਖਤ ਸਾਹਿਬ ਕਿਉਂ ਬਣਾਇਆ ਸੀਗਾ? ਅਕਾਲ ਤਖਤ ਸਾਹਿਬ ਇਸ ਕਰਕੇ ਤਖਤ ਬਣਾਇਆ, ਕਲੰਗੀ ਗੁਰੂ ਸਾਹਿਬ ਕਿਉਂ ਲਾਉਂਦੇ ਸੀ? ਕੋਈ ਸ਼ੌਂਕ ਥੋੜੀ ਸੀ ਉਹਨਾਂ ਨੂੰ ਕਿ ਮੁਗਲ ਕਹਿੰਦੇ ਸੀ ਕਲੰਗੀ ਅਸੀਂ ਲਾਵਾਂਗੇ, ਕੋਈ ਹੋਰ ਨਹੀਂ ਲਾ ਸਕਦਾ। ਗੁਰੂ ਸਾਹਿਬ ਨੇ ਲਾਈ। ਮੁਗਲ ਕਹਿੰਦੇ ਸੀ ਸਾਡਾ ਤਖਤ ਆ, ਗੁਰੂ ਸਾਹਿਬ ਨੇ ਪੈਰਲਲ ਤਖਤ ਬਣਾਇਆ। ਤਾਂ ਜਿਹੜਾ ਉਹ ਸੁਨੇਹਾ ਸੀਗਾ ਉਹ ਕਿਤੇ ਨਾ ਕਿਤੇ ਰਾਜਨੀਤੀ 'ਚੋਂ ਮਿਸ ਹੋ ਗਿਆ। ਇਸੇ ਕਰਕੇ ਰਾਜਨੀਤੀਵਾਨਾਂ ਦੇ ਭਾਸ਼ਣ ਬੋਰਿੰਗ ਲੱਗਦੇ ਨੇ, ਜਾਂ ਤਾਂ ਲੋਕ ਹੱਸ ਲੈਂਦੇ ਨੇ ਪੋਲੀਟੀਕਲ ਬੰਦੇ ਦਾ ਭਾਸ਼ਣ ਸੁਣ ਕੇ, ਜਾਂ ਤਾਂ ਲੋਕ ਹੱਸਦੇ ਆ, ਜਾਂ ਪੋਲੀਟੀਕਲ ਬੰਦੇ ਦਾ ਭਾਸ਼ਣ ਸੁਣ ਕੇ ਲੋਕ ਬੋਰ ਹੁੰਦੇ ਆ। 2 ਹੀ ਗੱਲਾਂ ਰਹਿ ਗਈਆਂ ਸੀ। ਤੇ ਚੰਨੀ ਦੇ ਭਾਸ਼ਣ 'ਚੋਂ ਕੋਈ ਬੋਰ ਨਹੀਂ ਹੋ ਰਿਹਾ। ਇੱਕ ਤਾਂ ਨਵੇਂ ਨੇ ਅਜੇ, ਇਹ ਵੀ ਇੱਕ ਕਾਰਨ ਹੋ ਸਕਦਾ। ਪਰ ਦੂਜੀ ਗੱਲ, ਉਹਨਾਂ ਨੇ ਕਿਤੇ ਨਾ ਕਿਤੇ ਉਹ ਨਬਜ਼ ਫੜੀ ਹੈਗੀ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਸਾਡੇ ਕੋਲ ਤਾਂ ਬਹੁਤ ਵੱਡੀ ਰਾਜਨੀਤੀ ਦੀ ਇੱਕ ਲੈਗੇਸੀ ਆਲਰੇਡੀ ਪਈ ਹੈ। ਸਾਨੂੰ ਇਸ ਤਰ੍ਹਾਂ ਦੀ ਗੰਦਲੀ ਰਾਜਨੀਤੀ, ਇਸ ਤਰ੍ਹਾਂ ਦੀ ਰਾਜਨੀਤੀ ਜਿਹਦਾ ਮਿਆਰ ਬਹੁਤ ਡਿੱਗਿਆ ਹੋਇਆ, ਸਾਡੀ ਪੋਲੀਟੀਕਲ ਕਲਾਸ ਨੇ ਰਾਜਨੀਤੀ ਦਾ ਮਿਆਰ। ਤਾਂ ਮੈਂ ਅਕਸਰ ਜ਼ਿਕਰ ਕਰਦਾ ਹੁੰਦਾ, ਸਾਰਿਆਂ ਨੂੰ ਇਹ ਕਹਿਣਾ ਵੀ ਹੁੰਦਾ ਜ਼ਰੂਰ, ਸੰਵਿਧਾਨ ਸਭਾ ਦੀਆਂ ਬਹਿਸਾਂ ਪੜ੍ਹਨੀਆਂ ਚਾਹੀਦੀਆਂ ਨੇ। ਜਦੋਂ ਸਾਡਾ ਸੰਵਿਧਾਨ ਬਣ ਰਿਹਾ ਸੀ ਨਾ, ਉਹਦੇ ਸਾਰੇ ਲੋਕ ਨੇ, ਉਹ 'ਚ RSS ਦੇ ਲੋਕ ਵੀ ਨੇ, ਉਹਦੇ 'ਚ ਕਾਂਗਰਸ ਦੇ ਲੋਕ ਵੀ ਨੇ, ਉਹ ਸੈਂਟਰ ਆ, ਲੈਫਟ ਆ, ਕਾਮਰੇਡ ਵੀ ਨੇ, ਰਾਈਟ ਆ, ਸਾਰੇ ਨੇ। ਪਰ ਉਹ ਭਾਸ਼ਣ ਬੜੇ ਕਮਾਲ ਦੇ ਨੇ। ਜਿਹੜੇ ਗੋਪਾਲਾਚਾਰੀਆ ਨੇ, ਉਹ ਅੰਬੇਦਕਰ ਦਾ ਵਿਰੋਧ ਕਰ ਰਹੇ ਸੀ ਹਿੰਦੂ ਕੋਡ ਬਿੱਲ ਦਾ, ਉਹਨਾਂ ਦਾ ਭਾਸ਼ਣ ਸਾਰਿਆਂ ਦੇ ਕਮਾਲ ਦੇ ਨੇ, ਕਿਉਂਕਿ ਉਹਦੇ ਪੜ੍ਹਦੇ ਲਿਖਦੇ ਸਮਝਦੇ ਬੰਦੇ ਸੀਗੇ। ਇਸ ਕਰਕੇ ਇਹ ਚੀਜ਼ ਨੂੰ ਜਿਹੜਾ ਫੜਨਾ ਕਿ ਸਾਡੇ ਕੋਲ ਰਾਜਨੀਤੀ ਦਾ ਇੱਕੋ ਮੀਡੀਅਮ ਥੋੜ੍ਹੇ ਕਿ ਇੱਕ ਦੂਜੇ ਨੂੰ ਗਾਲਾਂ ਕੱਢੀ ਚਲੋ, ਮਿਆਰ ਇੰਨਾ ਸਿੱਟ ਲਓ ਕਿ ਕਿਸੇ ਦੇ ਘਰਾਂ ਤੱਕ ਆ ਜਾਓ। ਫਲਾਨੇ ਦਾ ਸਾਲਾ ਕੀ ਕਰਦਾ, ਫਲਾਨੇ ਦੀ ਭੈਣ ਕੀ ਕਰਦੀ ਆ, ਫਲਾਨੇ ਦਾ ਜੀਜਾ ਕੀ ਕਰਦਾ। ਰਾਜਨੀਤੀ ਇਹ ਨਹੀਂ ਹੈਗੀ। ਰਾਜਨੀਤੀ ਤਾਂ ਇਸ ਧਰਤੀ ਦੇ ਉੱਤੇ ਬਹੁਤ ਵੱਡਾ ਇੱਕ ਹੋ ਰਿਹਾ ਹੈਗਾ, ਔਰ ਬਹੁਤ ਵੱਡੇ ਵੱਡੇ ਲੋਕ ਰਹੇ ਨੇ ਜਿਨ੍ਹਾਂ ਨੇ ਰਾਜਨੀਤੀ ਕੀਤੀ ਹੈ, ਸਾਡੀ ਮਾਡਰਨ ਪੋਲੀਟਿਕਸ ਵੀ ਔਰ ਸਾਡੀ ਪੋਲੀਟਿਕਸ ਵੀ। ਇਸ ਦੇ ਲਈ ਇਹ ਚੀਜ਼ਾਂ ਦਾ ਧਿਆਨ ਕਰਨ ਦੀ ਲੋੜ ਆ, ਨਾ ਕਿ ਉਹਦਾ ਮਿਆਰ ਇੰਨਾ ਡਿੱਗਣ ਦੀ ਲੋੜ ਆ ਜੀ। ਉਹ ਡਿੱਗਦੇ ਮਿਆਰ ਕਰਕੇ, ਕਿਉਂਕਿ ਅਸਲ 'ਚ ਕੀ ਹੁੰਦਾ, ਜਦੋਂ ਗੱਲਾਂ ਰਿਪੀਟ ਹੋ ਰਹੀਆਂ ਹੁੰਦੀਆਂ ਨੇ ਨਾ ਬਹੁਤ ਸਾਰੀਆਂ, ਉਹਨਾਂ ਤੋਂ ਲੋਕ ਅੱਕੇ ਪਏ ਹੁੰਦੇ ਨੇ। ਮਜਬੂਰੀ ਹੁੰਦੀ ਹੈ ਲੋਕਾਂ ਦੀ, ਆਪਸ਼ਨ ਤਾਂ ਹੈ ਨਹੀਂ। ਚੰਨੀ ਨੇ ਇੱਕ ਆਪਸ਼ਨ ਦੇ ਤੌਰ ਤੇ ਇਹੋ ਜਿਹੀਆਂ ਚੀਜ਼ਾਂ ਬੋਲਣੀਆਂ ਸ਼ੁਰੂ ਕਰਤੀਆਂ ਜਿਹੜੀਆਂ ਕੋਈ ਹੋਰ ਨਹੀਂ ਬੋਲ ਰਿਹਾ ਹੈਗਾ। ਜੇ ਮੈਂ ਕਹਿਣਾ ਗਾ ਕਿ ਗੁਰੂ ਸਾਹਿਬ ਦੇ ਹਵਾਲਿਆਂ ਨਾਲ ਰਾਜਨੀਤੀ ਕਰਨਾ, ਔਰ ਗੁਰੂ ਸਾਹਿਬ ਨੇ ਕਦੇ ਨਹੀਂ ਕਿਹਾ ਰਾਜਨੀਤੀ ਨਾ ਕਰੋ। ਰਾਜਨੀਤੀ ਕਿਹਦੇ ਲਈ ਆ? ਆਪਣੇ ਲੋਕਾਂ ਲਈ ਕਰ ਰਹੇ ਹੋ ਜਾਂ ਆਪਣੇ ਲੋਕਾਂ ਦੇ ਵਿਰੋਧ ਕਰ ਰਹੇ ਹੋ? ਜੇ ਤਾਂ ਆਪਣੇ ਲੋਕਾਂ ਲਈ ਕਰ ਰਹੇ ਹੋ ਤਾਂ ਬੈਸਟ ਆ। ਤੇ ਗੁਰੂ ਸਾਹਿਬ ਨੇ ਤਾਂ ਕਿਹਾ ਧਰਮ ਤੇ ਰਾਜਨੀਤੀ ਦਾ ਸਾਰਾ ਇੱਕ ਪੂਰਾ ਉਸ ਦੌਰ ਦੇ ਅੰਦਰ ਮੇਲ ਜੋਲ ਆ, ਪਰ ਧਰਮ ਦਾ ਕੁੰਡਾ। ਔਰ ਬੜੀ ਗੱਲ ਚੰਨੀ ਨੇ ਜਾ ਕੇ ਕਹੀ ਕਿ ਧਰਮ ਦੇ ਅੰਦਰ ਸਭ ਕੁਝ। ਧਰਮ ਦਾ ਮਤਲਬ ਇਹ ਨਹੀਂ ਹੁੰਦਾ ਧਰਮ ਵੀ ਆਰਗੇਨਾਈਜੇਸ਼ਨ ਧਰਮ ਜਾਂ ਸਿੱਖ ਧਰਮ। ਧਰਮ ਦਾ ਮਤਲਬ ਇਹ ਆ ਕਿ ਬੰਦਾ ਅਧਰਮੀ ਨਾ ਹੋਵੇ, ਅਨੈਤਿਕ ਨਾ ਹੋਵੇ, ਗਲਤ ਨਾ ਹੋਵੇ। ਕਿ ਮੈਂ ਸਭ ਤੋਂ ਵੱਡੀ ਸਹੁੰ ਉਹ ਨਹੀਂ ਜਿਹੜੀ ਕਨਸਟੀਟਿਊਸ਼ਨ ਦੀ ਚੱਕ ਕੇ ਖਾਂਦੇ। ਸਭ ਤੋਂ ਵੱਡੀ ਸਹੁੰ ਤਾਂ ਬੰਦਾ ਆਪਦੇ ਕੋਲ ਹੀ ਖਾਂਦਾ ਨਾ, ਮੈਂ ਕੌਣ ਆ। ਸਭ ਤੋਂ ਵੱਡੀ ਗੱਲ ਤਾਂ ਇਹ ਹੋਇਆ ਕਿ ਬੰਦਾ ਸ਼ੀਸ਼ੇ ਮੂਹਰੇ ਖੜ ਕੇ ਕੀ ਕਹਿੰਦਾ ਆਪਦੇ ਆਪ ਨੂੰ। ਦੁਨੀਆ ਸਾਹਮਣੇ ਤਾਂ ਬਾਅਦ ਚੋਂ ਆ ਨਾ। ਸਭ ਤੋਂ ਪਹਿਲਾਂ ਝੂਠ ਤਾਂ ਬੰਦਾ ਦੁਨੀਆ ਨੂੰ ਥੋੜ੍ਹੀ ਬੋਲਦਾ, ਆਪਦੇ ਆਪ ਨੂੰ ਬੋਲਦਾ। ਇਸ ਕਰਕੇ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ, ਇਹ ਸ਼ਾਇਦ ਮੈਂ ਨਹੀਂ ਕਹਿੰਦਾ ਚੰਨੀ ਇਹਨੂੰ ਐਂਥਿਓਰਾਈਜ਼ ਕਰ ਰਹੇ ਹੋਣਗੇ, ਅਸੀਂ ਡੀਕੋਡ ਕਰ ਰਹੇ ਹਾਂ ਉਹਨਾਂ ਨੂੰ, ਪਰ ਕਿਉਂਕਿ ਸਾਰੇ ਇੱਕ ਤਰ੍ਹਾਂ ਦੇ ਭਾਸ਼ਣ ਦੇ ਰਹੇ ਨੇ, ਉਹ ਸਾਰੇ ਭਾਸ਼ਣਾਂ ਤੋਂ ਹਟ ਕੇ ਚੰਨੀ ਨੇ ਭਾਸ਼ਣ ਦੇਣੇ ਸ਼ੁਰੂ ਕਰਤੇ, ਹਟ ਕੇ ਗੱਲ ਕਹਿਣੀ ਸ਼ੁਰੂ ਕਰਤੀ, ਨੌਜਵਾਨਾਂ ਨੂੰ ਖਾਸ ਤੌਰ ਤੇ ਇੰਗੇਜ ਕਰ ਰਹੇ ਨੇ ਉਹ। ਇਹ ਸਾਰੀਆਂ ਗੱਲਾਂ ਦੇ ਕਰਕੇ ਹੀ ਉਹਨਾਂ ਨੂੰ, ਇਸੇ ਕਰਕੇ ਗੁਰੂ ਸਾਹਿਬ ਤੋਂ ਲੈ ਕੇ ਅੰਬੇਦਕਰ ਦਾ ਜ਼ਿਕਰ ਤੁਸੀਂ ਦੇਖੋ, ਇੱਕ ਤਰ੍ਹਾਂ ਦੀ ਮੋਟੀਵੇਸ਼ਨ ਆਉਂਦੀ ਆ ਭਾਸ਼ਣ 'ਚੋਂ, ਬੰਦੇ ਨੂੰ ਮੋਟੀਵੇਸ਼ਨ ਮਿਲਦੀ ਆ।
ਕਰਨਾ ਕੀ ਹੈ ਨਹੀਂ ਕਰਨਾ ਮੈਂ ਵੀ ਕਹਿ ਰਿਹਾਗਾ, ਅਸੀਂ ਉਸ ਗੱਲ ਦੀ ਪ੍ਰਸ਼ੰਸਾ ਨਹੀਂ ਕਰ ਰਹੇ ਚੰਨੀ ਦੀ, ਉਹ ਤਾਂ ਉਦੋਂ ਕਰਾਂਗੇ ਜਦੋਂ ਕੁਝ ਕਰਨਗੇ, ਜਦੋਂ ਸਰਕਾਰ ਕੁਝ ਕਰੇਗੀ। ਪਰ ਅਜੇ ਉਹਨਾਂ ਦੇ ਭਾਸ਼ਣਾਂ ਦੇ ਅੰਦਰ ਇੱਕ ਮੋਟੀਵੇਸ਼ਨ ਵੀ ਹੈ, ਇੱਕ ਵਿਜ਼ਨ ਵੀ ਹੈ, ਇੱਕ ਉਹ ਗੱਲ ਕਹਿ ਰਹੇ ਨੇ ਜਿਹੜੀ ਕੋਈ ਨਹੀਂ ਕਹਿ ਰਿਹਾ। ਇਸੇ ਕਰਕੇ ਮੈਂ ਪਿਛਲੇ ਦਿਨਾਂ 'ਚ ਵੀ ਕਿਹਾ ਸੀ, ਜਦੋਂ ਰੈਲੀਆਂ ਦਾ ਵਿਰੋਧ ਹੋ ਰਿਹਾ ਸੀ, ਬਹੁਤ ਸਾਰੀਆਂ ਥਾਵਾਂ ਤੇ ਕਿਸਾਨੀ 'ਚ ਕਾਂਗਰਸ ਦਾ, ਅਕਾਲੀਆਂ ਦਾ, ਆਪ ਵਾਲਿਆਂ ਦਾ ਵਿਰੋਧ ਹੋ ਰਿਹਾ ਸੀ, ਤਾਂ ਮੈਂ ਉਦੋਂ ਇੱਕ ਗੱਲ ਕਹੀ ਸੀ ਕਿ ਕਈ ਵਾਰ ਰਾਜਨੀਤੀ ਨਾ ਕਰਨਾ ਹੀ ਸਭ ਤੋਂ ਵੱਡੀ ਰਾਜਨੀਤੀ ਹੁੰਦੀ ਹੈ। ਕਈ ਵਾਰ ਨਾ ਬੋਲਣਾ ਹੀ ਸਭ ਤੋਂ ਵੱਧ ਬੋਲਣਾ ਹੁੰਦਾ, ਕਈ ਵਾਰ ਚੁੱਪ ਰਹਿਣਾ ਹੀ ਬੋਲਣਾ ਹੁੰਦਾ। ਪਰ ਇਹਦੀ ਅੰਡਰਸਟੈਂਡਿੰਗ, ਇੰਨੀ ਬਰੀਕ ਅੰਡਰਸਟੈਂਡਿੰਗ ਕਿਸੇ ਨੂੰ ਹੋਏਗੀ ਕਿ ਚੁੱਪ ਰਹਿ ਕੇ ਬੋਲਣਾ ਕੀ ਹੁੰਦਾ ਗਾ। ਇਹ ਅੰਡਰਸਟੈਂਡਿੰਗ ਸਾਡੇ ਜੇ ਅਗਰ ਲੀਡਰ ਲੈ ਆਉਣਗੇ ਤਾਂ ਮਾਡਲ ਪੋਲਿਟਿਕਸ ਦਾ ਇੱਕੋ ਨਹੀਂ ਰਹੇਗਾ, ਜਿਹੜਾ ਮਾਡਲ ਇਹ ਆ ਕਿ ਗਾਲਾਂ ਕੱਢੋ, ਸੋਸ਼ਲ ਮੀਡੀਆ ਤੇ ਗਾਲਾਂ ਕੱਢਣ ਲੱਗ ਜਾਓ, ਇਹ ਕਰ ਲਓ। ਨਹੀਂ, ਰਾਜਨੀਤੀ ਕਰਨ ਦੇ ਤਰੀਕੇ ਬਦਲਣੇ ਪੈਣਗੇ। ਔਰ ਉਹ ਮਿਆਰ ਜਿਹੜਾ ਸਾਨੂੰ ਗੁਰੂ ਸਾਹਿਬ ਤੋਂ ਲੈ ਕੇ ਸਾਡੇ ਸਾਰੇ ਇੱਥੇ ਸੂਫੀ ਪੀਰ ਪੈਗੰਬਰ ਦੇ ਕੇ ਗਏ ਨੇ, ਚਾਹੇ ਉਹ ਧਰਮ ਦਾ, ਚਾਹੇ ਉਹ ਰਾਜਨੀਤੀ ਦਾ, ਚਾਹੇ ਉਹ ਫਲਸਫੇ ਦਾ, ਚਾਹੇ ਵਿਚਾਰਧਾਰਾ ਦਾ, ਉਹ ਚੀਜ਼ਾਂ ਦੇ ਨਾਲ ਅੰਗੇਜ ਜਦੋਂ ਤੱਕ ਨਹੀਂ ਕਰੇਗਾ ਪੰਜਾਬ, ਫਿਰ ਇਹੀ ਹਾਲ ਰਹੇਗਾ। ਮੈਂ ਨਹੀਂ ਕਹਿੰਦਾ ਕਿ ਚੰਨੀ ਨੇ ਕੋਈ ਇਹੋ ਜਿਹਾ ਭਾਸ਼ਣ ਦੇ ਦਿੱਤਾ ਕਿ ਬਹੁਤ ਮਹਾਨ ਸ਼ਖਸੀਅਤ ਬਣ ਗਏ ਉਹ, ਪਰ ਉਹਨਾਂ ਨੇ ਬਾਕੀਆਂ ਦੇ ਨਾਲੋਂ ਇੱਕ ਲਕੀਰ ਖਿੱਚੀ ਆ। ਬਾਕੀ ਲੀਡਰਾਂ ਦੇ ਭਾਸ਼ਣ ਸੇਮ ਸੀ, ਜਿਨ੍ਹਾਂ ਤੋਂ ਲੋਕ ਬੋਰ ਹੁੰਦੇ ਸੀ। ਇਹਨਾਂ ਤੋਂ ਦੋ ਹੀ ਗੱਲਾਂ ਮੈਂ ਕਹਿੰਦਾ, ਲੀਡਰਾਂ ਦੇ ਭਾਸ਼ਣ ਸੁਣ ਕੇ ਜਾਂ ਲੋਕ ਹੱਸਦੇ ਨੇ ਜਾਂ ਬੋਰ ਹੁੰਦੇ ਨੇ। ਹੁਣ ਇਹ ਲੀਡਰਾਂ ਨੇ ਤੈਅ ਕਰਨਾ ਉਹਨਾਂ ਦੇ ਭਾਸ਼ਣਾਂ ਤੋਂ ਲੋਕ ਕਿਵੇਂ ਬੋਰ ਨਾ ਹੋਣ ਤੇ ਕਿਵੇਂ ਹੱਸਣ ਨਾ। ਤਰੀਕੇ ਬਦਲਣੇ ਪੈਣਗੇ। ਜ਼ਰੂਰੀ ਨਹੀਂ ਹੁੰਦਾ ਤੁਸੀਂ ਰੈਲੀਆਂ, ਵੱਡੀਆਂ ਰੈਲੀਆਂ ਇਕੱਠ ਕਰਕੇ ਕੀ ਦਿਖਾਉਣਾ ਚਾਹੁੰਦੇ ਹੋ, ਲੋਕਾਂ ਨੂੰ ਮਿਲੋ। ਹੁਣ ਆਪਾਂ ਉਹ ਗੱਡੀ 'ਚ ਉਤਰ ਕੇ ਮਿਲ ਲਏ, ਰਿਸਪੌਂਸ ਮਿਲਿਆ। ਇਹ ਚੀਜ਼ਾਂ ਦੇ ਨਾਲ ਰਾਜਨੀਤੀ ਦੇ ਤਰੀਕੇ ਬਦਲਣੇ ਪੈਣਗੇ। ਉਹ ਬਦਲਦੇ ਤਰੀਕਿਆਂ ਨੂੰ ਸ਼ਾਇਦ ਚੰਨੀ ਨੇ ਅਹਿਸਾਸ ਕੀਤਾ, ਜਾਂ ਉਹਨਾਂ ਦੇ ਕਿਸੇ ਐਡਵਾਈਜ਼ਰ ਨੇ ਦੱਸਿਆ, ਜਾਂ ਕੁਦਰਤੀ ਵੀ ਕਰ ਰਹੇ ਨੇ ਉਹ। ਇਹ ਤਾਂ ਉਹੀ ਦੱਸ ਸਕਦੇ ਨੇ, ਜੇ ਕਦੇ ਮੁਲਾਕਾਤ ਹੋਈ ਪੁੱਛਾਂਗੇ ਉਹਨਾਂ ਤੋਂ। ਤਾਂ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਸ ਰੂਪ ਦੇ ਅੰਦਰ ਮੈਂ ਦੇਖ ਰਿਹਾਗਾ। ਯਾਨੀ ਇਸ ਰੂਪ ਦੇ ਅੰਦਰ ਮੈਨੂੰ ਅੱਜ ਤਾਂ ਹੀ ਲੱਗਿਆ ਕਿ ਆਪਾਂ ਡੀਕੋਡ ਇਹਦੇ 'ਤੇ ਹੀ ਕਰਦੇ ਹਾਂ, ਚੰਨੀ ਦੇ ਭਾਸ਼ਣਾਂ ਨੂੰ, ਚੰਨੀ ਦੇ ਅੰਦਾਜ਼ ਨੂੰ, ਚੰਨੀ ਦੀ ਸ਼ੈਲੀ। ਕਿਉਂ ਲੋਕ ਇੰਨਾ ਰਿਸਪੌਂਸ ਦੇ ਰਹੇ ਨੇ, ਇਹਦਾ ਕੁਛ ਤਾਂ ਕਾਰਨ ਹੁੰਦਾ ਨਾ। ਤਾਂ ਇਸ ਕਰਕੇ ਉਹ ਮੈਨੂੰ ਲੱਗਦਾ ਫਾਰਮਲ ਨਹੀਂ ਹੋਏ, ਇਨਫਾਰਮਲੀ ਚੱਲ ਰਹੇ ਨੇ, ਤੇ ਫਾਰਮੈਲਿਟੀ ਤੋਂ ਲੋਕ ਅੱਕੇ ਪਏ ਨੇ। ਇਸੇ ਕਰਕੇ ਚੰਨੀ ਨੂੰ ਰਿਸਪੌਂਸ ਮਿਲ ਰਿਹਾ। ਜਦੋਂ ਆਪਾਂ ਹੁਣ ਤੱਕ ਦੀ ਪੰਜਾਬ ਦੀ ਸਿਆਸਤ ਨੂੰ ਦੇਖਦੇ ਹਾਂ ਤਾਂ ਇਸ ਤੋਂ ਪਹਿਲਾਂ ਵੀ ਕੋਈ ਇਸ ਤਰ੍ਹਾਂ ਦੇ ਸਿਆਸਤਦਾਨ ਹੋਏ ਨੇ ਜਿਨ੍ਹਾਂ ਨੇ ਇਸ ਤਰ੍ਹਾਂ ਲੋਕਾਂ ਦੀ ਨਬਜ਼ ਫੜੀ ਹੋਵੇ, ਲੋਕਾਂ ਅੱਗੇ ਬਣ ਗਏ? ਨਹੀਂ, ਇਹ ਤਾਂ ਹੈ ਨਹੀਂ ਹੈ ਕਿ ਨਹੀਂ ਹੈਗੇ, ਬਹੁਤ ਸਾਰੇ ਸਿਆਸਤਦਾਨ ਰਹੇ ਨੇ। ਤੇਜਾ ਸਿੰਘ ਸੁਤੰਤਰ ਵਰਗੇ ਲੋਕ ਰਹੇ ਨੇ ਇਸੇ ਧਰਤੀ ਤੇ। ਪ੍ਰਤਾਪ ਸਿੰਘ ਕੈਰੋਂ ਦਾ ਬੜਾ ਉਹ ਸੀਗਾ। ਬਹੁਤ ਸਾਰੇ ਲੋਕ ਨੇ, ਈਵਨ ਕਿ ਪ੍ਰਕਾਸ਼ ਸਿੰਘ ਬਾਦਲ ਦੀ ਬਹੁਤ ਸਾਰੇ ਪੱਖਾਂ ਤੇ ਆਲੋਚਨਾ ਹੁੰਦੀ ਹੈ, ਪਰ ਪ੍ਰਕਾਸ਼ ਸਿੰਘ ਬਾਦਲ ਵੀ ਲੋਕਾਂ ਦੀ ਨਬਜ਼ ਨੂੰ ਜਾਣਦੇ ਸੀ। ਪ੍ਰਕਾਸ਼ ਸਿੰਘ ਬਾਦਲ ਬਾਰੇ ਇੱਕ ਮਸ਼ਹੂਰ ਗੱਲ ਹੈ ਕਿ ਉਹ ਤੁਹਾਨੂੰ ਚਾਹੇ 10 ਸਾਲ ਪਹਿਲਾਂ ਮਿਲੇ ਨੇ, ਜਦੋਂ ਤੁਸੀਂ ਸਾਹਮਣੇ ਹੋਵੋਗੇ ਨਾਂ ਲੈ ਕੇ ਬੁਲਾ ਦੇਣਗੇ। ਬੰਦਾ ਇਹ ਮਹਿਸੂਸ ਕਰਦਾ ਕਿ ਯਾਰ ਸੀਐਮ ਮੈਨੂੰ ਨਾਂ ਲੈ ਕੇ ਬੁਲਾ ਰਿਹਾ ਹੈਗਾ। ਯਾਦ ਰੱਖਦੇ ਸੀ ਪਿੰਡਾਂ ਦੇ ਲੋਕਾਂ ਨੂੰ, ਜਿਹੜਾ ਇੱਕ ਵਾਰ ਮਿਲਿਆ ਹੁੰਦਾ ਸੀ ਉਹਨੂੰ ਯਾਦ ਰੱਖਦੇ ਸੀ। ਜਾਂ ਹਰ ਬੰਦੇ ਨੂੰ ਕਾਕਾ ਜੀ ਕਹਿ ਕੇ ਬੁਲਾਉਂਦੇ ਆ, ਉਹਨਾਂ ਦਾ ਸਟਾਈਲ ਸੀਗਾ। ਤਾਂ ਇਹ ਨਹੀਂ ਹੁੰਦਾ ਗਾ ਕਿ ਉਹ ਹਰ ਨੂੰ ਕਾਕਾ ਜੀ ਵੀ ਮੰਨ ਰਹੇ ਨੇ, ਇੱਕ ਸਟਾਈਲ ਹੁੰਦਾ ਗਾ। ਹੋਰ ਬਹੁਤ ਸਾਰੇ ਲੀਡਰ ਨੇਗੇ। ਮਤਲਬ ਇਹ ਜਿਹੜੀਆਂ ਚੀਜ਼ਾਂ ਨੇਗੀਆਂ, ਪਰ ਗੱਲ ਹੈ ਕਿ ਮਿਸ ਹੋ ਗਈਆਂ ਕਿ ਤੁਸੀਂ ਕਿਸ ਤਰੀਕੇ ਨਾਲ ਜਨਤਾ ਨੂੰ ਆਪਣੇ ਨਾਲ ਸਿੰਕ ਕਰਦੇ ਹੋ। ਮੈਂ ਸ਼ਬਦ ਵਰਤਿਆ ਸਿੰਕ ਕਰਨਾ, ਜਿਵੇਂ ਮੋਬਾਈਲ ਫੋਨ ਦਾ ਡਾਟਾ ਸਿੰਕ ਹੁੰਦਾ ਨਾ, ਵੋਟਰ ਨੂੰ, ਲੋਕਾਂ ਨੂੰ ਆਪਣੇ ਨਾਲ ਸਿੰਕ ਕਰ ਲੈਣਾ। ਸਿੰਕ ਉਹੀ ਕਰ ਪਾਉਂਦਾ ਜਦੋਂ ਲੋਕਾਂ ਨੂੰ ਲੱਗਦਾ ਇਹ ਸਾਡੇ ਵਰਗਾ, ਜਦੋਂ ਲੋਕਾਂ ਨੂੰ ਲੱਗਦਾ ਯਾਰ ਇਹ ਸਾਡਾ ਲੀਡਰ ਆ। ਲੀਡਰ ਲੋਕ ਉਦੋਂ ਮੰਨਦੇ ਨੇ ਜਦੋਂ ਲੋਕਾਂ ਨੂੰ ਲੱਗਦਾ ਇਹਦੇ ਕੋਲ ਵਿਜ਼ਨ ਵੀ ਆ, ਇਹ ਧੜੱਲੇਦਾਰ ਵੀ ਹੈ, ਇਹ ਕੁਝ ਕਰੇਗਾ ਵੀ, ਇਹ ਸਾਡੇ 'ਚੋਂ ਗਿਆ, ਸਾਡੇ ਵਰਗਾ। ਤਾਂ ਕਈ ਵਾਰ ਇਹ ਨਹੀਂ ਗਾ ਕਿ ਲੀਡਰ ਸਾਡੇ ਵਰਗਾ। ਇਹ ਨਹੀਂ ਕਿ ਚੰਨੀ ਕੋਲ ਪੈਸਾ ਨਹੀਂ ਆ, ਚੰਨੀ ਕੋਲ ਕੋਠੀਆਂ ਨਹੀਂ ਆ, ਜਾਂ ਚੰਨੀ ਦੀ ਹੁਣ ਦੀ ਜਿਹੜੀ ਆਰਥਿਕ ਹਾਲਤ ਆ ਉਹ ਮਾੜੀ ਹੈਗੀ। ਪਰ ਇੱਕ ਸੰਘਰਸ਼ 'ਚੋਂ ਬੰਦਾ ਕਿ ਇਹ ਸਿੱਖਿਆ ਹੁੰਦਾ ਗਾ। ਚੰਨੀ ਨੇ ਸ਼ਾਇਦ ਸੰਘਰਸ਼ ਕਰਦਿਆਂ ਸਿੱਖਿਆ। ਉਹ ਹਰ ਥਾਂ ਤੁਸੀਂ ਦੇਖੋ, ਕਿਸੇ ਵੀ ਬੰਦੇ ਕੋਲ ਜੋ ਤੁਸੀਂ ਸੰਘਰਸ਼ ਦਾ ਗੱਲ ਕੋਈ ਛੇੜਦੇ ਹੋ ਨਾ, ਬੰਦਾ ਆਪਦੀ ਜ਼ਿੰਦਗੀ ਨਾਲ ਰਿਲੇਟ ਕਰਦਾ। ਜਦੋਂ ਅਸੀਂ ਫਿਲਮ ਦੇਖ ਰਹੇ ਹੁੰਦੇ ਹਾਂ, ਅਸੀਂ ਹੀਰੋ ਨਾਲ ਰਿਲੇਟ ਕਰਨ ਲੱਗ ਜਾਂਦੇ ਹਾਂ, ਆਪਦੇ ਆਪ ਨੂੰ ਹੀਰੋ ਦੇ ਸਟਰਗਲ ਨਾਲ ਰਿਲੇਟ ਕਰਨ ਲੱਗ ਜਾਂਦੇ ਹਾਂ ਕਿ ਯਾਰ ਮੇਰੀ ਜ਼ਿੰਦਗੀ 'ਚ ਵੀ ਇਸ ਤਰ੍ਹਾਂ ਦਾ ਸੰਘਰਸ਼ ਰਿਹਾ। ਹਰ ਕਹਾਣੀ, ਫਿਲਮ ਦੇਖਦਿਆਂ ਬੰਦੇ ਨੂੰ ਆਪਦੀ ਕਹਾਣੀ ਲੱਗਦੀ ਹੈ। ਬਸ ਇਹੀ ਉਹ ਫਿਲਮ ਦੀ ਤਾਕਤ ਹੁੰਦੀ ਹੈ, ਇਹੀ ਸਿਲਵਰ ਸਕਰੀਨ ਦੀ ਤਾਕਤ ਆ। ਤੇ ਇਹੀ ਤਾਕਤ ਜੇ ਪੋਲੀਟਿਕਸ 'ਚ ਆ ਜੇ ਕਿ ਹਰ ਬੰਦਾ ਅਹਿਸਾਸ ਕਰੇ। ਤੇ ਚੰਨੀ ਦੇ ਅੱਜ ਦੇ ਭਾਸ਼ਣ ਦੇ ਤਾਂ ਖਾਸ ਤੌਰ ਦੇ ਉੱਤੇ ਮੈਂ ਕਹੂੰਗਾ, ਜਾਂ ਉਦਣ ਵਾਲੀ ਪ੍ਰੈਸ ਕਾਨਫਰੰਸ 'ਚ ਵੀ ਰਿਲੇਟ ਕਰਨਾ ਸਾਰੀਆਂ ਚੀਜ਼ਾਂ ਨੂੰ, ਕੋਈ ਟੱਚ ਕਰਨਾ ਇਸ਼ੂ, ਕੋਈ ਟੱਚ ਕਰਨੋਂ ਨਾ ਛੱਡਣਾ। ਔਰ ਇਹ ਨਾ ਕਰਨਾ ਕਿ ਹਾਂ ਭਾਈ ਮੈਂ ਜਿਹੜਾ ਚੱਲ ਰਿਹਾ ਸੀਗਾ ਕਿ ਅਨੁਸੂਚਿਤ ਜਾਤੀ ਤੋਂ ਆਉਂਦੇ ਨੇ, ਉਹਨੇ ਇੱਕ ਵੱਡੇ ਵਿਜ਼ਨ ਦੀ ਗੱਲ ਪੂਰੀ ਲੈ ਕੇ ਆਉਣਾ। ਗੁਰੂ ਸਾਹਿਬ ਨੂੰ ਦੇ ਪੂਰੇ ਉਸ, ਕਿਉਂਕਿ ਜਿਵੇਂ ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ ਸੀ ਪੰਜਾਬ ਵਸਦਾ ਗੁਰਾਂ ਦੇ ਨਾਂ, ਤਾਂ ਗੁਰਾਂ ਦੇ ਜਿਹੜੇ ਉਹ ਗੁਰਾਂ ਦੇ ਨਾਂ ਵਸਣ ਦਾ ਮਤਲਬ ਇਹ ਨਹੀਂ ਕਿ ਸਿੱਖਾਂ ਦੇ ਨਾਂ 'ਤੇ ਵਸ ਰਿਹਾ ਪੰਜਾਬ। ਗੁਰਾਂ ਦੇ ਨਾਂ 'ਤੇ ਵਸਣ ਦਾ ਮਤਲਬ ਗੁਰੂ ਦੇ ਆਈਡੀਆ ਨਾਲ, ਗੁਰੂ ਦੇ ਵਿਚਾਰ ਨਾਲ ਵਸ ਰਿਹਾ ਪੰਜਾਬ। ਇਹ ਨਹੀਂ ਕਿ ਪੰਜਾਬ ਸਿੱਖਾਂ ਦੇ ਨਾਂ 'ਤੇ ਵਸਦਾ। ਜਦੋਂ ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਨੇ ਪੰਜਾਬ ਵਸਦਾ ਗੁਰਾਂ ਦੇ ਨਾਂ, ਤਾਂ ਇੱਕ ਵੱਡਾ ਵਿਜ਼ਨ ਆ ਉਹਦੇ 'ਚ ਕਿ ਗੁਰੂਆਂ ਦਾ ਜਿਹੜਾ ਵਿਚਾਰ ਸੀ, ਗੁਰੂ ਸਾਹਿਬ ਦਾ ਆਈਡੀਆ ਸੀ, ਉਹਦੇ ਨਾਲ ਪੰਜਾਬ ਵਸਦਾ ਗਾ।
ਇਸੇ ਕਰਕੇ ਪੰਜਾਬ ਦੀ ਤਾਕਤ ਆ। 84 ਚ ਇੰਨਾ ਕੁਛ ਹੋਇਆ, ਪੰਜਾਬ ਦੀ ਧਰਤੀ ਤੇ ਕੋਈ ਦੰਗਾ ਨਹੀਂ ਹੋਇਆਗਾ। ਲੜਾਈਆਂ ਹੋਈਆਂ, ਪੜ੍ਹਾਈਆਂ ਹੋਈਆਂ, ਲੜ ਭਿੜ ਵੀ ਪਏ, ਆਪਸ ਚ ਮਾਰੇ ਵੀ, ਪਰ ਉਹ ਤਾਕਤ ਹੈ ਇਸ ਧਰਤੀ ਦੇ ਅੰਦਰ ਜਿਹੜੀ ਬਾਕੀ ਧਰਤੀਆਂ ਤੋਂ ਅਲੱਗ ਆ। ਸਾਡੇ ਨਾਲ ਹੀ ਹਰਿਆਣਾ ਲੱਗਦਾ, ਕਿੰਨਾ ਕਾਸਟਿਜ਼ਮ ਦਾ ਉੱਥੇ ਉਹ ਹੈਗਾ। ਇਹ ਨਹੀਂ ਕਿ ਪੰਜਾਬ 'ਚ ਨਹੀਂ ਹੈ, ਪਰ ਪੰਜਾਬ ਦੀ ਧਰਤੀ ਨਾਲ ਲੱਗਦੇ ਸੂਬਿਆਂ ਤੋਂ ਇੱਕਦਮ ਵੱਖਰੀ ਹੈ, ਅਤੇ ਇਹਦਾ ਅਸਰ ਉਹ ਮਹਾਨ ਸ਼ਖਸੀਅਤਾਂ ਦਾ ਹਮੇਸ਼ਾ ਅਸਰ ਰਹਿੰਦਾ ਗਾ। ਉੱਥੋਂ ਜਾ ਕੇ ਚੰਨੀ ਉਸ ਨਬਜ਼ ਨੂੰ ਫੜ ਕੇ ਚੀਜ਼ਾਂ ਘੁਮਾ ਰਹੇ ਨੇ, ਸ਼ਾਇਦ ਇਸੇ ਕਰਕੇ ਇਹ ਰਿਸਪੌਂਸ ਮਿਲ ਰਿਹਾ। ਜੇ ਆਪਾਂ ਪੰਜਾਬ ਦੀ ਸਿਆਸਤ ਨੂੰ ਦੇਖੀਏ ਤਾਂ ਚੰਨੀ ਦੇ ਇਸ ਅੰਦਾਜ਼ ਦਾ ਪੰਜਾਬ ਦੀ ਸਿਆਸਤ ਤੇ ਕੋਈ ਅਸਰ ਪੈ ਸਕਦਾ? ਦੇਖੋ, ਜਿਵੇਂ ਮੈਂ ਇੱਕ ਸਿੰਪਲ ਜੀ ਗੱਲ ਹਲਕੀ ਜੀ ਗੱਲ ਆ, ਗੱਲ ਤਾਂ ਕੁਛ ਵੀ ਨਹੀਂ, ਜਿਹੜੀ ਭੰਗੜਾ ਪਾਉਣ ਵਾਲੀ ਗੱਲ ਹੈਗੀ, ਉਹ ਕਿੰਨੀ ਕੋਈ ਬੰਦਾ ਇਮੈਜਿਨ ਨਹੀਂ ਕਰਦਾ ਕੋਈ ਸੀਐਮ ਭੰਗੜਾ ਪਾਉਣ ਲੱਗ ਜੂ। ਕਿਸੇ ਦੀ ਇਮੈਜੀਨੇਸ਼ਨ ਚੋਂ ਬਾਹਰ ਆ। ਜਦੋਂ ਕਿਸੇ ਦੀ ਇਮੈਜੀਨੇਸ਼ਨ ਚੋਂ ਕੋਈ ਬਾਹਰ ਵਾਲੀ ਤੁਸੀਂ ਗੱਲ ਕਰਦੇ ਹੋ ਨਾ, ਤਾਂ ਬੰਦਾ ਇੱਕਦਮ ਐਂ ਹੋ ਜਾਂਦਾ, ਬੰਦਾ ਇੱਕਦਮ ਮਤਲਬ ਲੱਗਦਾ ਯਾਰ ਇਹ ਕੀ ਹੋ ਗਿਆ। ਤਾਂ ਉਹ ਜਿਹੜੀ ਇਮੈਜੀਨੇਸ਼ਨ ਆ ਉਹ ਕਿਤੇ ਨਾ ਕਿਤੇ ਉਸ ਗੱਲ ਦੇ ਕੰਮ ਆ ਰਹੀ। ਔਰ ਦੂਜੀ ਗੱਲ ਇਹ ਹੈ ਕਿ ਰਾਜਨੀਤੀ ਬਦਲੇਗੀ ਕਿਵੇਂ। ਇੱਕ ਤਾਂ ਜਿਹੜੀ ਵੈਸੀ ਜਿਵੇਂ ਅਨੁਸੂਚਿਤ ਜਾਤੀ ਦਾ ਇੱਕ ਕੈਂਡੀਡੇਟ ਦੇ ਕੇ ਸੀਐਮ ਪੰਜਾਬ 'ਚ, ਪੰਜਾਬ ਦੀ ਰਾਜਨੀਤੀ 'ਤੇ ਓਵਰਆਲ ਅਸਰ ਪਏਗਾ। ਕੀ ਹੁਣ ਆਮ ਆਦਮੀ ਤੇ ਅਕਾਲੀ ਦਲ ਇਹਦਾ ਤੋੜ ਲੱਭ ਰਹੇ ਹੋਣਗੇ? ਕੀ ਹੁਣ ਆਮ ਆਦਮੀ ਪਾਰਟੀ ਕੋਈ ਦਲਿਤ ਕੈਂਡੀਡੇਟ ਦੇ ਦੇਗੀ ਸੀਐਮ ਦਾ, ਦਲਿਤ ਸਿੱਖ, ਜਾਂ ਫਿਰ ਅਕਾਲੀ ਦਲ ਕੋਈ ਇਸ ਤਰ੍ਹਾਂ ਦਾ ਕੁਝ ਸੋਚ ਰਿਹਾ ਹੋਏਗਾ? ਇਹਦੀ ਕਾਊਂਟਰ ਪੋਲੀਟਿਕਸ ਤਾਂ ਉਹ ਲੱਭਣਗੇ ਕਿ ਇਹਦਾ ਕਾਊਂਟਰ ਕੀ ਹੈਗਾ। ਚੰਨੀ ਦਾ ਕਾਊਂਟਰ ਲੱਭਣ ਦੀਆਂ ਕੋਸ਼ਿਸ਼ਾਂ ਤਾਂ ਹੋਣਗੀਆਂ ਵੀ ਕਿ ਕਾਊਂਟਰ ਕੀ ਹੈ ਇਹਦਾ, ਕਿਉਂਕਿ ਉਹ ਇਕੱਲੇ ਇਕਨੋਮਿਕ ਤੇ ਪੋਲੀਟੀਕਲ ਇਸ਼ੂਆਂ ਤੇ ਕਾਊਂਟਰ ਨਹੀਂ ਹੋਣਗੇ। ਜਦੋਂ ਸੋਸ਼ਲ ਜਸਟਿਸ ਦਾ ਇਸ਼ੂ ਆ ਜਾਂਦਾ ਨਾ, ਲੋਕ ਇੱਕ ਪ੍ਰਾਈਡ ਮਹਿਸੂਸ ਕਰਦੇ। ਜਦੋਂ ਮਾਇਆਵਤੀ ਉੱਤਰ ਪ੍ਰਦੇਸ਼ ਦੇ ਅੰਦਰ ਚੀਫ ਮਿਨਿਸਟਰ ਬਣੇ, ਤਾਂ ਉੱਥੋਂ ਦਾ ਜਿਹੜਾ ਵੱਡਾ ਹਿੱਸਾ ਅਨੁਸੂਚਿਤ ਜਾਤੀ ਭਾਈਚਾਰੇ ਦਾ, ਉਹਨਾਂ ਨੇ ਮਹਿਸੂਸ ਕੀਤਾ ਕਿ ਇੱਕ ਸੈਲਫ ਪ੍ਰਾਈਡ ਹੁੰਦਾ, ਕਾਸਟ ਦਾ ਇੱਕ ਪ੍ਰਾਈਡ ਹੁੰਦਾ, ਕਮਿਊਨਿਟੀ ਦਾ ਪ੍ਰਾਈਡ ਹੁੰਦਾ। ਉਹਨਾਂ ਨੂੰ ਮਾਣ ਮਹਿਸੂਸ ਹੁੰਦਾ ਕਿ ਸਾਡੀ ਕਮਿਊਨਿਟੀ 'ਚੋਂ ਕੋਈ ਮੁੱਖ ਮੰਤਰੀ ਬਣਿਆ ਗਾ। ਇਹ ਅਹਿਸਾਸ ਤੁਸੀਂ ਮਿਟਾ ਨਹੀਂ ਸਕਦੇ। ਇਹ ਅਹਿਸਾਸ ਪੰਜਾਬ 'ਚ ਜਾ ਚੁੱਕਿਆ ਗਾ ਕਿ ਸਾਡੀ ਕਮਿਊਨਿਟੀ, ਜਿਹਨੂੰ ਕਦੇ ਪੁੱਛਿਆ ਹੀ ਨਹੀਂ ਸੀ ਕਿਸੇ ਨੇ, ਜਿਹਨੂੰ ਇਗਨੋਰ ਕੀਤਾ ਗਿਆ, ਜਿਨ੍ਹਾਂ ਨੂੰ ਪਤਾ ਨਹੀਂ ਕੀ ਕੀ ਕਿਹਾ ਜਾਂਦਾ ਸੀਗਾ ਧਰਮ ਗ੍ਰੰਥਾਂ ਦੇ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਵੀ, ਉਹਨਾਂ ਦਾ ਇੱਕ ਬੰਦਾ ਚੀਫ ਮਿਨਿਸਟਰ ਬਣ ਗਿਆ। ਮਾਇਆਵਤੀ ਦੇ ਬਰਨ ਟਾਈਮ ਵੀ ਇਹ ਪ੍ਰਾਈਡ ਦੀ ਜਿਹੜੀ ਹੈਗੀ ਨਾ, ਕਿ ਪ੍ਰਾਈਡ ਹੋਇਆ ਸੀ, ਦਲਿਤ ਭਾਈਚਾਰੇ ਨੂੰ ਇੱਕ ਪ੍ਰਾਈਡ ਹੋਇਆ, ਅਨੁਸੂਚਿਤ ਜਾਤੀ ਭਾਈਚਾਰੇ ਨੂੰ ਇੱਕ ਪ੍ਰਾਈਡ ਹੋਇਆ। ਉਹ ਪ੍ਰਾਈਡ ਆ ਜਿਹੜਾ ਉਹ ਇੱਥੇ ਵੀ ਦੇਖਣ ਨੂੰ ਮਿਲ ਰਿਹਾ ਹੈਗਾ। ਤਾਂ ਇਸ ਕਰਕੇ ਇਹਦਾ ਕਾਊਂਟਰ ਕੀ ਹੋਇਆ, ਇਹਦਾ ਅਸਰ ਤਾਂ ਰਾਜਨੀਤੀ ਦੇ ਉੱਤੇ 100% ਆ। ਮੈਂ ਕਹਿੰਦਾ ਅੰਦਾਜ਼ ਤੋਂ ਲੈ ਕੇ, ਆਪਾਂ ਇਕੱਲੇ ਉਸ ਗੱਲ ਦੇ ਨਾਲ ਨਹੀਂ, ਪਰ ਜਿਹੜੇ ਬੰਦੇ ਕਹਿੰਦੇ ਨਹੀਂ ਜੀ ਇਸ ਗੱਲ ਨਾਲ ਨਾ ਜੋੜੋ, ਐ ਨਹੀਂ ਹੁੰਦਾਗਾ। ਇਸ ਦੇਸ਼ ਦੇ ਅੰਦਰ ਪੋਲੀਟਿਕਸ ਜਦੋਂ ਨਵੇਂ ਤਜਰਬੇ ਹੋਣਗੇ, ਉਹਨਾਂ ਦਾ ਇਤਿਹਾਸ ਲਿਖਿਆ ਜਾਊਗਾ। ਇਹ ਚੈਪਟਰ ਹੈ ਇੱਕ ਪੰਜਾਬ ਦੇ ਇਤਿਹਾਸ ਦਾ, ਕਿ ਪੰਜਾਬ 'ਚ ਪਹਿਲੀ ਵਾਰੀ ਅਨੁਸੂਚਿਤ ਜਾਤੀ ਭਾਈਚਾਰੇ ਦਾ ਸੀਐਮ ਬਣਿਆ ਸੀ। ਇੱਕ ਇਤਿਹਾਸ ਦੇ ਚੈਪਟਰ ਦਾ ਇੱਕ ਸਫਾ, ਇੱਕ ਪੂਰਾ ਚੈਪਟਰ ਹੈ। ਜਦੋਂ ਕਦੇ ਇਤਿਹਾਸ ਲਿਖਿਆ ਜਾਊ ਅੱਜ ਤੋਂ 500 ਸਾਲਾਂ ਨੂੰ, ਜਦੋਂ ਅਸੀਂ ਨਹੀਂ ਹੋਵਾਂਗੇ ਦੁਨੀਆ 'ਤੇ, ਤਾਂ ਉਦੋਂ ਹੀ ਗੱਲਾਂ ਲਿਖੀਆਂ ਜਾਣਗੀਆਂ। ਵਕਤੀ ਇਤਿਹਾਸ 'ਚ ਵੀ ਇਹ ਦਰਜ ਹੋ ਗਿਆ, ਕਾਂਗਰਸ ਨੂੰ ਉਹ ਵੀ ਕਰ ਰਹੀ ਹੈਗੀ। ਇਸ ਕਰਕੇ ਇਹ ਜਿਹੜੀ ਗੱਲ ਆ ਅੰਦਾਜ਼ ਤੋਂ ਲੈ ਕੇ, ਜਿਹੜਾ ਉਹ ਰਿਲੇਟ, ਫਿਰ ਵੀ ਮੈਂ ਜਿੱਥੋਂ ਆਇਆ ਮੈਂ ਉਹਨਾਂ ਵਰਗੇ ਹਾਂ। ਮੈਂ ਜਿਹੜੇ ਭਾਈਚਾਰੇ 'ਚੋਂ ਆਇਆ, ਜਿਸ ਗਰੀਬੀ 'ਚੋਂ ਆਇਆ, ਭੰਗੜੇ ਵਾਲਿਆਂ ਨੂੰ ਜਾ ਕੇ ਜੱਫੀਆਂ ਵੀ ਪਾ ਰਹੇ ਨੇ, ਉਹਨਾਂ ਨਾਲ ਨੱਚ ਵੀ ਰਹੇ ਨੇ। ਇਸ ਗੱਲ ਦਾ ਜਿਨ੍ਹਾਂ ਨੂੰ ਨਹੀਂ ਰਾਜਨੀਤੀ ਸਮਝ ਆਈ, ਉਹਨਾਂ ਮਜ਼ਾਕ ਉਡਾਇਆ। ਕਹਿੰਦੇ ਆ ਨਾ ਕਈ, ਤੁਸੀਂ ਆਪਣੇ ਕ੍ਰਾਈਸਿਸ ਨੂੰ, ਜਿਹੜਾ ਬੰਦਾ ਹੁੰਦਾ, ਅਸਲ ਬੰਦਾ ਹੁੰਦਾ ਨਾ, ਜਿਹਨੂੰ ਸਮਝ ਹੋਵੇ ਦੁਨੀਆ ਦੀ, ਉਹ ਕ੍ਰਾਈਸਿਸ ਨੂੰ ਅਪਰਚੁਨਿਟੀ ਬਣਾ ਦਿੰਦਾ, ਯਾਨੀ ਉਹ ਸੰਕਟ ਨੂੰ ਮੌਕਾ ਬਣਾ ਦਿੰਦਾ, ਆਪਣੇ ਲਈ ਮੌਕੇ ਦੇ ਤੌਰ 'ਤੇ ਵਰਤਦਾ ਸੰਕਟ ਨੂੰ ਵੀ। ਜੇ ਸੰਕਟ ਵੀ ਉਹਦੇ ਸਾਹਮਣੇ ਖੜਾ ਹੋ ਜਾਓ, ਮੌਕੇ ਦੇ ਵਿੱਚ ਤਬਦੀਲ ਕਰ ਦਿੰਦਾ ਉਹਨੂੰ। ਤਾਂ ਜਿਹੜੇ ਲੋਕ ਮਜ਼ਾਕ ਉਡਾ ਰਹੇ ਸੀ, ਉਹਨੂੰ ਸਮਝ ਨਹੀਂ ਆ ਰਿਹਾ ਕਿ ਉਹੀ ਗੱਲ ਉਹਨਾਂ ਦੀ ਯੂਐਸਪੀ ਬਣ ਕੇ ਸਾਹਮਣੇ ਆ ਰਹੀ ਹੈ। ਉਹੀ ਗੱਲ ਦੇ ਨਾਲ ਇੱਕ ਆਮ ਬੰਦਾ ਰਿਲੇਟ ਕਰ ਰਿਹਾ ਕਿ ਯਾਰ ਸੀਐਮ ਤਾਂ ਸਾਡੇ ਵਰਗਾ ਹੀ ਹੈਗਾ, ਇਹ ਤਾਂ ਆਮ ਬੰਦਾ, ਇਹ ਤਾਂ ਸਾਡੇ ਨਾਲ ਨੱਚ ਰਿਹਾ ਹੈਗਾ। ਯਾਨੀ ਆਮ ਆਦਮੀ ਪਾਰਟੀ ਜਿਹੜੀ ਕਹਿੰਦੀ ਸੀ ਆਮ ਲੋਕਾਂ ਦੀ ਪਾਰਟੀ, ਉਹਦੇ ਲਈ ਵੀ ਇੱਕ ਚੈਲੰਜ ਆ। ਚੰਨੀ ਸਭ ਤੋਂ ਵੱਡਾ ਚੈਲੰਜ ਆਮ ਆਦਮੀ ਪਾਰਟੀ ਲਈ ਵੀ ਹੈ ਕਿ ਇੱਕ ਆਮ ਬੰਦਾ ਆ ਕੇ ਤੁਹਾਡੇ ਸਾਹਮਣੇ ਖੜਾ, ਇੱਕ ਆਮ ਉਹ ਤੋਂ, ਔਰ ਇੱਕੋ ਕਮਿਊਨਿਟੀ ਜਿਹਨੂੰ ਹਮੇਸ਼ਾ ਦਰਕਨਾਰ ਕੀਤਾ ਗਿਆ ਹੋਵੇ। ਸੋ ਦੇਖਣਾ ਹੋਏਗਾ ਕਿ ਸੀਐਮ ਚੰਨੀ ਆਪਣੇ ਵੱਖਰੇ ਅੰਦਾਜ਼ ਦੇ ਕਾਰਨ ਪੰਜਾਬ ਦੀ ਸਿਆਸਤ 'ਚ ਕਿਵੇਂ ਫਿੱਟ ਬੈਠਣਗੇ।